ਰੱਬ ਦੀ ਨਜ਼ਰ ਬਿਨਾ ਇਨਸਾਨ ਜਿੱਤ ਨਹੀਂ ਸਕਦਾ ਤੇ ਜੇ ਰੱਬ ਨਾਲ ਹੋਵੇ ਤਾਂ ਇਨਸਾਨ ਹਾਰ ਨਹੀਂ ਸਕਦਾ। ਜਜ਼ਬਾ ਤੇ ਜਨੂਨ ਅੰਦਰ ਹੋਵੇ ਤਾਂ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਉਸ ਅੱਗੇ ਗੋਡੇ ਟੇਕ ਦਿੰਦੀਆਂ ਨੇ। ਹੌਸਲੇ ਤੇ ਜਜ਼ਬੇ ਦੀ ਇਹੋ ਜਿਹੀ ਹੀ ਕਹਾਣੀ ਹੈ ਬਟਾਲਾ ਦੇ ਪਿੰਡ ਸੇਖਵਾਂ ਦੇ ਰਹਿਣ ਵਾਲੇ ਸਾਧੂ ਸੇਖਵਾਂ ਦੀ। ਦੇਖਣ ਵਿੱਚ ਚਾਹੇ ਤੁਹਾਨੂੰ ਇਹਨਾਂ ਵਿੱਚ ਕੁਝ ਕਮੀ ਨਜ਼ਰ ਆਵੇ, ਪਰ ਹੌਸਲੇ ਤੇ ਜਜ਼ਬੇ ਦੀ ਗੱਲ ਹੋਵੇ ਤਾਂ ਉਹ ਕਿਸੇ ਵੀ ਨੋਰਮਲ ਇਨਸਾਨ ਤੋਂ ਬਹੁਤ ਜ਼ਿਆਦਾ ਹੈ। ਜ਼ਿੰਦਗੀ ਦੇ ਦਿੱਤੇ ਹੋਏ ਚੈਲੰਜ ਅੱਗੇ ਹਾਰ ਨਾ ਮੰਨਣ ਵਾਲੇ ਸਾਧੂ ਸੇਖਵਾਂ ਦੀ ਕਹਾਣੀ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ ਸਾਡੇ ਖਾਸ ਸ਼ੋ ਸਲਾਮੀ ਜ਼ਿੰਦਗੀ ਵਿੱਚ। ਤੁਰਿਆ ਜਾ ਤੂੰ ਆਪਣੇ ਰਾਹਾਂ ਤੇ, ਛੱਡ ਦੁਨੀਆ ਦੀਆਂ ਝੂਠੀਆਂ ਛਾਵਾਂ ਵੇ। ਦ੍ਰਿੜਤਾ ਤੇ ਵਿਸ਼ਵਾਸ ਨਾਲ ਆਪਣੀ ਮੰਜ਼ਿਲ ਵੱਲ ਵੱਧਦਾ ਜਾ, ਹੌਸਲਾ ਨਾ ਛੱਡੀ ਤੂੰ, ਬਸ ਮਿਹਨਤ ਕਰਦਾ ਜਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ FYI ਮੀਡੀਆ ਗਰੁੱਪ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਹੋਸਟ ਐਂਡ ਦੋਸਤ ਪ੍ਰਪਾਨੀਆ ਨੇਜਾ। FYI ਮੀਡੀਆ ਗਰੁੱਪ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਮਾਜ ਦੇ ਨਾਲ, ਇੱਕ ਸਮਾਜ ਦੇ ਅਲੱਗ ਪਹਿਲੂ ਦੇ ਨਾਲ, ਇੱਕ ਅਲੱਗ ਢੰਗ, ਇੱਕ ਅਲੱਗ ਰੰਗ ਦੇ ਨਾਲ ਵਿਚਰੀਏ ਤੇ ਤੁਹਾਨੂੰ ਰੂਬਰੂ ਕਰਾਈਏ। ਅਕਸਰ ਹੀ ਜੋ ਸ਼ੋਜ਼ ਚੱਲਦੇ ਨੇ ਉਹਦੇ ਵਿੱਚ ਅਸੀਂ ਤੁਹਾਨੂੰ ਕੁਝ ਨਾਮੀ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਹਾਂ। ਅਕਸਰ ਹੀ ਤੁਹਾਨੂੰ ਸਮਾਜ ਦੇ ਉਨ ਲੋਕਾਂ ਦੇ ਨਾਲ, ਸਮਾਜ ਸੇਵੀਆਂ ਦੇ ਨਾਲ ਰੂਬਰੂ ਕਰਾਉਂਦੇ ਹਾਂ ਜੋ ਲੋਕਾਂ ਦੇ ਲਈ, ਬਾਕੀ ਆਮ ਦੁਨੀਆ ਦੇ ਲਈ ਤੇ ਸਾਰੀ ਦੁਨੀਆ ਦੇ ਲਈ ਇੱਕ ਵੱਖਰੀ ਮਿਸਾਲ ਬਣ ਕੇ ਸਾਹਮਣੇ ਆਏ ਨੇ। ਅੱਜ ਅਸੀਂ ਇੱਕ ਨਵੇਂ ਸ਼ੋਅ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਸਲਾਮੇ ਜ਼ਿੰਦਗੀ। ਬਿਲਕੁਲ ਇਹ ਜ਼ਿੰਦਗੀ ਬਹੁਤ ਅਣਮੁੱਲੀ ਹੈ, ਬਹੁਤ ਹੀ ਘੱਟ ਲੋਕਾਂ ਨੂੰ ਇਹ ਮਨੁੱਖੀਅਤ ਵਾਲਾ ਜੀਵਨ ਨਸੀਬ ਹੁੰਦਾ, ਲੇਕਿਨ ਤਾਂ ਵੀ ਅਸੀਂ ਅੱਜ ਕੱਲ੍ਹ ਦੇ ਮਨੁੱਖ ਇਸ ਤਰ੍ਹਾਂ ਦੇ ਬਣ ਗਏ ਹਾਂ ਕਿ ਰੱਬ ਵੱਲੋਂ ਦਿੱਤੀ ਦਾਤ ਦਾ ਅਸੀਂ ਸ਼ੁਕਰ ਨਹੀਂ ਕਰਦੇ। ਹਮੇਸ਼ਾ ਰੱਬ ਵੱਲੋਂ ਦਿੱਤੀ ਦਾਤਾਂ ਦੇ ਅਸੀਂ ਕਿਤੇ ਨਾ ਕਿਤੇ ਅਗਰ ਸਾਡੀ ਜ਼ਿੰਦਗੀ 'ਚ ਦੁੱਖ ਆਉਂਦੇ ਨੇ ਤਾਂ ਉਹਨਾਂ ਦੁੱਖਾਂ ਨੂੰ ਕੋਸਦੇ ਹਾਂ, ਰੱਬ ਨੂੰ ਸ਼ੁਕਰਗੁਜ਼ਾਰ ਨਹੀਂ ਕਰਦੇ ਕਿ ਹਾਂ ਤੂੰ ਮੈਨੂੰ ਛੱਤ ਬਖਸ਼ੀ ਹੈ, ਤੂੰ ਮੈਨੂੰ ਰੋਟੀ ਬਖਸ਼ੀ ਹੈ। ਕਈ ਉਹ ਲੋਕ ਵੀ ਨੇ ਜਿਹੜੇ ਇਸ ਛੱਤ ਨੂੰ ਵੀ ਤਰਸਦੇ ਨੇ ਤੇ ਨੀਲੀ ਛਤਰੀ ਹੇਠਾਂ ਰਹਿਣ ਨੂੰ ਮਜਬੂਰ ਹੋ ਜਾਂਦੇ ਨੇ। ਸੋ ਇਸ ਸ਼ੋਅ ਰਾਹੀਂ, ਇਸ ਪ੍ਰੋਗਰਾਮ ਰਾਹੀਂ ਅਸੀਂ ਉਨ ਲੋਕਾਂ ਦੇ, ਉਨ ਮਹਾਨ ਸ਼ਖਸੀਅਤਾਂ ਦੇ ਰੂਬਰੂ ਤੁਹਾਨੂੰ ਕਰਾਵਾਂਗੇ ਜੋ ਹੌਸਲੇ ਦੀ ਇੱਕ ਪ੍ਰਤੱਖ ਮਿਸਾਲ ਬਣੇ ਨੇ ਮੇਰੇ ਲਈ, ਤੁਹਾਡੇ ਲਈ, तमाम दुनिया दे लई। अगर कहा जाए तो एक अजिहे लोग जिन्होंने शायद रब ने एक पासों अगर कहा जाए कि कोई कमी दी होगी जो असी आम लैंग्वेज में कहने, लेकिन नहीं, उन्होंने एक अजिहा वरदान रब वालों दिता गया जो शायद साढ़े कोल भी नहीं। अज इस खास प्रोग्राम दे विच सलामे जिंदगी की असी शुरुआत करन जा रहे हैं तो सब तो पहला मेरा जिहड़ा मेहमान है अज दे शो का उन्हें साधु सेखवां जी जो गुरदासपुर तो ने। सत श्री अकाल साधु जी, बहुत बहुत स्वागत तुहाडा FYI मीडिया ग्रुप ते। सब तो पहला तुसी अपने बारे दसो। मैं मैडम जी पिंड गुरदासपुर का रहने वाला हाँ। उत्थों मेरा बटाले तो 12 किलोमीटर पिंड वा पिंड सेखवां। तो जदों मैं जम्मिया सी तां लोकी साडे घर आम ही जनता इकट्ठी हो गई भी ये की जम पिया है, मतलब वेखन लोकी आ गए, धागियां तवीतां वाले बहुत आ गए वेखन। तो दादी जी मेरी जी ते मम्मा जी मेरी रोन डै पे भी मतलब की ये जम पिया है। तो साडे एक हकीम हुंदा सी, उहने जद मैनूं देखिया तो वह कहंदा कि तुसीं चिंता ना करो, इहने बस 2 दिन ही तुहानूं दर्शन दे के चल जाना है, ये बस दर्शन ही देना आया तुहानूं, होर कुछ नहीं। तुसीं बस इहदा हौसला ना हारो, तुसीं बस इहने दर्शन ही देने आ ते इहने बस 2 दिन ही तुहाडे कोल रहना है, बस बाद च जिंदगी इहदी खत्म है। पर उस मालक दी वेखो एडी वडियाई, उस वाहिगुरू दी सच्चे पातशाह दी, अज मैं लोकां दे रूबरू हो रहा हाँ। अज मैं वो इस दुनिया ते है नहीं है, पर मैं इस दुनिया ते है उस मालक दी मर्जी दे नाल। मेरी वाइफ है, मेरा बेटा है 8 साल का। वाइफ जी मेरी बिल्कुल सही सलामत है, जिन्होंने मेरी सेवा चुकी है। हाँ जी, बिल्कुल सही सलामत है, कोई मतलब हैंडीकैप नहीं है। मैनूं इस गल का बहुत ही ज़्यादा खुशी महसूस होंदी है। सब तो पहला तो मैं सब तो वड्डी जिहड़ी आ अहमियत जिहड़ी आ शख्सियत मानदा हाँ वो अपनी घरवाली नूं सब तो वड्डी मैं बहुत वड्डी गल है, बहुत वड्डी उहनूं मैं सब तो वड्डा जिंदगी दे विच एक बहुत वड्डी ताकत समझदा कि उन्हें आम जिहे इंसान जिहनूं एक चुनिया है, क्योंकि उन्हें ये भी नहीं सोचा कि कल नूं मैनूं कुछ खवा के देगा जां मेरी ख्वाहिश कोई पूरी करके देगा। बिना सोचे समझे उसने मेरे नाल जिंदगी तय की। सब तो पहला मैं तो उन्हां दा शुक्रगुजार करांगा और फिर तो तुहाडा सारिਆਂ ਦਾ और जिन्ने भी मेरे प्रशंसक ने और जिन्ने भी ये चैनल नूं देख रहे ने साझा लाइव
ਟੀਵੀ ਨੂੰ ਦੇਖ ਰਹੇ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਮੈਂ ਸਾਧੂ ਕੰਠ ਪਿੰਡ ਸੇਖਵਾਂ ਤੋਂ। ਔਰ ਗਾਉਣ ਦਾ ਸ਼ੌਂਕ ਮੈਨੂੰ ਸਕੂਲ ਟਾਈਮ ਤੋਂ ਸੀ, ਔਰ ਉਦੋਂ ਮੈਂ ਬਾਲ ਸਭਾ ਦੇ ਵਿੱਚ ਗਾਉਣਾ, ਅਤੇ ਉਦੋਂ ਤੋਂ ਬਾਅਦ ਫਿਰ ਇੱਦਾਂ ਹੀ ਬਾਲ ਸਭਾ ਦੇ ਵਿੱਚ ਗਾਉਣਾ। ਅੱਛਾ ਸਾਧੂ ਜੀ, ਅਸੀਂ ਤੁਹਾਡੇ ਗਾਉਣ 'ਤੇ ਆਵਾਂਗੇ, ਹੈ ਨਾ। ਉਹ ਤੁਹਾਡੀ ਕਾਬਲੀਅਤ, ਉਹ ਵਰਦਾਨ ਜਿਹੜਾ ਰੱਬ ਵੱਲੋਂ, ਉਸ ਪਰਮਾਤਮਾ ਵੱਲੋਂ ਤੁਹਾਨੂੰ ਦਿੱਤਾ ਗਿਆ। ਤੁਹਾਡੇ ਜੀਵਨ ਦੀ ਅਸੀਂ ਗੱਲ ਕਰ ਰਹੇ ਹਾਂ, ਤੁਹਾਡਾ ਜਿਹੜਾ ਜੀਵਨ ਦਾ ਸਫ਼ਰ ਰਿਹਾ, ਜਿਵੇਂ ਤੁਸੀਂ ਕਿਹਾ ਕਿ ਪੈਦਾ ਹੋਏ ਤੇ ਲੋਕਾਂ ਦਾ ਆਉਣਾ ਤੇ ਲੋਕਾਂ ਦਾ ਕੋਸਣਾ ਸ਼ੁਰੂ ਹੋ ਗਿਆ। ਮੈਡਮ ਜੀ ਪਤਾ ਕੀ ਗੱਲ, ਇੱਕ ਨਾ ਸਾਡੇ ਨਾਲ ਇਹ ਰਹਿੰਦਾ ਹੁੰਦਾ ਸੀ ਕਾਦੀਆਂ ਸ਼ਹਿਰ ਦੇ ਵਿੱਚ ਕਪੂਰ ਸ਼ਾਹ ਸੀ ਕੋਈ, ਮਤਲਬ ਕਾਫੀ ਵੱਡੇ ਸੀ। ਉਹਨਾਂ ਨੇ ਕਿਸੇ ਕੋਲ ਨਾ ਪੈਸੇ ਲੈਣੇ ਸੀ, ਤੇ ਉਹ ਜਦੋਂ ਮੈਨੂੰ ਦੇਖ ਕੇ ਗਏ ਨਾ, ਮੇਰੇ ਦਰਸ਼ਨ ਕਰਕੇ ਗਏ, ਤੇ ਉਹਨਾਂ ਦੇ ਕਿਤੇ 2 ਮਹੀਨਿਆਂ ਬਾਅਦ ਕਿਤੇ ਪੈਸੇ ਹਰੇ ਸੀ, ਕਿਤੇ 2 ਸਾਲਾਂ ਬਾਅਦ, ਕਿ ਪਤਾ ਨਹੀਂ 2 ਮਹੀਨਿਆਂ 3 ਮਹੀਨਿਆਂ ਬਾਅਦ, ਇੰਨਾ ਮੈਨੂੰ ਕਾਫੀ ਯਾਦ ਨਹੀਂ ਹੈ, ਜਿੰਨਾ ਮੇਰੇ ਦਾਦੀ ਜੀ ਨੇ ਮੈਨੂੰ ਦੱਸਿਆ ਮੈਨੂੰ ਉਹਨਾਂ ਯਾਦ ਹੈ। ਤੇ ਕਹਿੰਦੇ ਵੀ ਉਹ ਤੈਨੂੰ ਮਿਲ ਕੇ ਗਏ ਜਦੋਂ, ਤੇ ਉਹਨਾਂ ਨੇ ਜਦੋਂ ਪੈਸੇ ਕਿਸੇ ਕੋਲ ਲੈਣੇ ਸੀ, ਤੇਰੇ ਦਰਸ਼ਨ ਕਰਕੇ ਗਏ, ਤੇ ਆਣ ਕੇ ਉਹਨਾਂ ਨੇ ਤੈਨੂੰ 500 ਰੁਪਈਆ ਤੇਰੇ ਉੱਤੋਂ ਦੀ ਵਾਰ ਕੇ ਦਿੱਤਾ ਵੀ ਇਹਦੇ ਦਰਸ਼ਨ ਕਰਕੇ ਗਿਆ, ਤੇ ਮੇਰੇ ਸਾਰੇ ਪੈਸੇ ਉਹਨਾਂ ਨੇ ਉਸੇ ਵੇਲੇ ਮੋੜਤੇ। ਇੱਕ ਐਸੀ ਆਂਦਾ ਇਲਾਹੀ ਰੂਹ ਆ, ਆਂਦਾ ਇਹਨੂੰ ਇੱਦਾਂ ਨਾ ਕਦੇ, ਘਰ ਦੇ ਕਹਿੰਦੇ ਵੀ ਬੋਰੀ 'ਚ ਪਾ ਕੇ ਨੂੰ ਵੀ ਮਤਲਬ ਵੀ ਸੁੱਟ ਦੇਣਾ ਹੈ, ਪਰ ਵੇਖੋ ਮਾਲਕ ਦੀ ਇੰਨੀ ਕਿਰਪਾ ਹੈ ਕਿ ਅੱਜ ਮੈਂ ਸਾਰਿਆਂ ਦੇ ਰੂਬਰੂ ਹਾਂ, ਜਿੰਦਾ ਹਾਂ, ਇੱਕ ਮਿਸਾਲ ਹਾਂ। ਪੈਰਾਂ ਦੇ ਨਾਲ ਸਾਰਾ ਕੰਮ ਕਰਦਾ, +2 ਕੀਤੀ ਹੈ, ਪੈਰਾਂ ਦੇ ਨਾਲ ਲਿਖ ਕੇ, ਪੈਰਾਂ ਦੇ ਨਾਲ ਰੋਟੀ, ਪੈਰਾਂ ਦੇ ਨਾਲ ਸਾਰੇ ਕੰਮ, ਔਰ ਪੈਰਾਂ ਦੇ ਨਾਲ ਲਿਖਣਾ, ਔਰ ਪੈਰਾਂ ਦੇ ਨਾਲ ਮੋਬਾਈਲ, ਲੈਪਟਾਪ, ਜੋ ਵੀ। ਬਿਲਕੁਲ, ਤੁਸੀਂ ਹੌਸਲੇ ਦੀ ਮਿਸਾਲ ਹੋ ਉਹਨਾਂ ਲੋਕਾਂ ਦੇ ਲਈ ਜਿਹੜੇ ਸਭ ਕੁਝ ਹੋਣ ਦੇ ਹੋਏ ਵੀ ਆਪਣੀ ਰੋਟੀ ਲਈ ਗੁਜ਼ਾਰਾ ਨਹੀਂ ਕਰਦੇ, ਮੰਗਣ ਨੂੰ ਮਜਬੂਰ ਹੋ ਜਾਂਦੇ ਨੇ ਜਾਂ ਮੰਗਦੇ ਨੇ, ਲੋਕਾਂ ਨੂੰ ਤੰਗ ਕਰਦੇ ਨੇ। ਉਹਨਾਂ ਲੋਕਾਂ ਦੇ ਲਈ ਤੁਸੀਂ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਕਿ ਅਗਰ ਰੱਬ ਨੇ ਕੀ ਹੋਇਆ, ਹੱਥ ਨੇ ਦਿੱਤੇ, ਪੈਰ ਤਾਂ ਦਿੱਤੇ ਨੇ, ਅੰਗ ਤਾਂ ਦਿੱਤੇ ਨੇ, ਜ਼ਿੰਦਗੀ ਤਾਂ ਦਿੱਤੀ ਹੈ, ਉਸ ਜ਼ਿੰਦਗੀ ਨੂੰ ਕਿਉਂ ਨਾ ਚੰਗੀ ਤਰ੍ਹਾਂ ਬਤੀਤ ਕੀਤਾ ਜਾਵੇ, ਕਿਉਂ ਨਾ ਜਿਉਇਆ ਜਾਵੇ। ਜ਼ਿੰਦਗੀ ਤੇ ਉਹ ਹੈ ਨਾ ਜਿਹੜੀ ਮੈਨੂੰ ਮਿਲ ਗਈ ਹੈ, ਬਸ ਮੈਂ ਮਾਲਕ ਦਾ ਇੰਨਾ ਸ਼ੁਕਰ ਹੈ, ਮੇਰੀ ਮੈਰਿਜ ਹੋ ਗਈ ਹੈ, ਔਰ ਮੇਰਾ ਬੇਟਾ ਹੈ। ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਮੈਨੂੰ ਜੋ ਹੀ ਜ਼ਿੰਦਗੀ 'ਚ ਉਹ ਮਾਲਕ ਨੇ ਦੇ ਦਿੱਤਾ ਹੈ। ਬਸ ਹੁਣ ਮੇਰਾ ਇਹੋ ਹੀ ਮਤਲਬ ਕਿ ਖੁਆਇਸ਼ ਹੈ ਕਿ ਮਾਲਕ ਚਲੋ ਮੇਰੀ ਚੜ੍ਹਦੀ ਕਲਾ ਕਰੇ, ਵਾਹਿਗੁਰੂ ਮੈਨੂੰ ਕਿਤੇ ਚੰਗੇ ਕੰਮ ਦੇ ਵਿੱਚ ਮਾਲਕ ਮੇਰੀ ਸੁਣੇ, ਤੇ ਮੇਰੀ ਰੋਜੀ ਰੋਟੀ ਜਿਹੜੀ ਚੰਗੇ ਕੰਮ 'ਤੇ ਲੱਗ ਜੇ, ਤੇ ਮੈਂ ਆਪਣਾ ਜਿਹੜਾ ਘਰ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਕਰ ਬਿਲਕੁਲ, ਜਿਹੜਾ ਸੱਚੇ ਦਿਲੋਂ ਸਭ ਕੁਝ ਕਰਦਾ ਹੈ ਨਾ, ਉਸ ਰੱਬ ਦੀ ਦਇਆ ਤੁਹਾਡੇ ਤੇ, ਉਸ ਰੱਬ ਦਾ ਵਰਦਾਨ ਤੁਹਾਡੇ ਤੇ, ਉਹਨਾਂ ਦੀ ਛਤਰ ਛਾਇਆ ਤੁਹਾਡੇ ਤੇ ਹਮੇਸ਼ਾ ਵਧੀਆ ਹੀ ਹੋਊਗਾ, ਤੁਹਾਡੇ ਨਾਲ ਵਧੀਆ ਲੋਕਾਂ ਦੇ ਨਾਲ ਹਮੇਸ਼ਾ ਵਧੀਆ ਹੀ ਹੁੰਦਾ। ਸਾਧੂ ਜੀ, ਬਚਪਨ ਦੀ ਅਸੀਂ ਗੱਲ ਕਰ ਰਹੇ ਹਾਂ। ਬਚਪਨ 'ਚ ਜਿਸ ਟਾਈਮ ਹੋਇਆ, ਪੈਦਾ ਹੋਏ, ਤੇ ਉਸ ਤੋਂ ਬਾਅਦ ਇੱਕ ਸੋਧੀ ਆਉਂਦੀ ਹੈ ਨਾ, ਆਪਣੇ ਆਪ ਦਾ ਹੋਸ਼ ਆਉਂਦਾ। ਉਸ ਵੇਲੇ ਜਿਸ ਟਾਈਮ ਤੁਸੀਂ ਪਿੰਡ 'ਚ ਵਿਚਰਦੇ ਸੀ, ਬਾਕੀ ਮੁੰਡਿਆਂ ਨਾਲ ਜਾਂਦੇ ਸੀ, ਲੋਕਾਂ ਨਾਲ ਜਾਂਦੇ ਸੀ, ਤੇ ਕੁਝ ਮਹਿਸੂਸ ਹੁੰਦਾ ਸੀ ਜਾਂ ਕੁਝ ਦੁਨਿਆਵੀ ਦੁਨੀਆ ਵੱਲੋਂ ਕੁਝ ਵੇਖਣ ਨੂੰ ਮਿਲਦਾ ਸੀ? ਮੈਂ ਸੋਚਦਾ ਹਾਂ ਕਿ ਮੈਂ ਵੀ ਕੁਝ ਕਰਾਂ, ਵੀ ਇਹੋ ਜਿਹਾ ਕੁਝ ਕਰਾਂ ਕਿ ਮੈਂ ਵੀ ਕੁਝ ਬਣ ਕੇ ਦੱਸਾਂ ਲੋਕਾਂ ਨੂੰ। ਤੇ ਫਿਰ ਮੇਰੇ ਵੱਡੇ ਬ੍ਰਦਰ ਨੇ ਮੈਨੂੰ ਪੈਰ ਨਾਲ ਪਿੰਨ ਫੜਨਾ ਸਿਖਾਇਆ। ਉਹਨਾਂ ਨੇ ਮੈਨੂੰ ਦੱਸਿਆ ਵੀ ਇੱਦਾਂ ਲਿਖਣਾ ਹੈ। ਫਿਰ ਮੈਂ ਹੌਲੀ ਹੌਲੀ ਇੱਦਾਂ ਪ੍ਰੈਕਟਿਸ ਕਰਦਾ ਗਿਆ। ਤੇ ਫਿਰ ਘਰਦਿਆਂ ਨੇ ਸੋਚਿਆ ਉਮਰ ਕੀ ਸੀ ਉਸ ਵੇਲੇ? ਉਸ ਵੇਲੇ ਉਮਰ ਮੇਰੀ ਹੋਣੀ ਆ ਮਤਲਬ ਕਿ 7-8 ਸਾਲ ਦੀ ਹੋਣੀ ਹੈ, ਮਤਲਬ ਇੰਨੀ ਕੁ ਉਮਰ ਸੀ ਜਦੋਂ ਮਤਲਬ ਕਿ। ਤੇ ਉਸ ਵੇਲੇ ਤੁਸੀਂ ਪੈਨ ਫੜ ਕੇ ਉਸ ਟਾਈਮ ਸਕੂਲ ਜਾਣਾ ਸ਼ੁਰੂ ਕੀਤਾ? ਹਾਂ, ਨਹੀਂ, ਬਾਅਦ 'ਚ ਮੈਂ ਮਤਲਬ ਪਹਿਲਾਂ ਮੈਨੂੰ ਘਰਦਿਆਂ ਨੇ ਮਤਲਬ ਕਿ ਮੇਰੇ ਵੱਡੇ ਭਰਾ ਨੇ ਸਪੋਰਟ ਕੀਤਾ ਨਾ ਮੈਨੂੰ ਲਿਖਣ 'ਚ, ਮੇਰਾ ਪੈਰ ਫੜ ਕੇ ਮੈਨੂੰ ਲਿਖਣਾ ਸਿਖਾ ਲਿਆ। ਤੇ ਉਹਦੇ ਤੋਂ ਬਾਅਦ 'ਚ ਫਿਰ ਮੈਨੂੰ ਘਰ ਦੇ ਕਹਿੰਦੇ ਵੀ ਚਲੋ ਹੁਣ ਇਹਨੂੰ ਸਕੂਲੇ ਪਾ ਦਿੰਦੇ ਹਾਂ। ਬਾਅਦ ਦੇ ਵਿੱਚ ਇੱਦਾਂ ਹੀ ਚਲੋ ਮੈਡਮਾਂ ਨੇ ਮੇਰਾ ਬੜਾ ਵੀ ਹੌਂਸਲਾ ਕੀਤਾ। ਆਪੇ +2 ਦੇ ਪੇਪਰ ਦਿੱਤੇ ਔਰ ਮੈਟ੍ਰਿਕ ਦੇ ਵੀ ਆਪੇ ਦਿੱਤੇ, ਮਤਲਬ ਕਿ ਸਾਰੇ ਮਤਲਬ ਕਿ 8ਵੀਂ ਦੇ ਵੀ ਸਾਰੇ ਮਤਲਬ ਪੈਰਾਂ ਦੇ ਨਾਲ ਹੀ ਮਤਲਬ ਟਾਈਮ ਹੀ ਉਹਨਾਂ ਹੀ ਦਿੰਦੇ ਰਹੇ ਜਿੰਨਾ ਉਹਨਾਂ ਬੱਚਿਆਂ ਨੂੰ ਦਿੰਦੇ ਰਹੇ। ਔਰ ਮੈਂ ਪੈਰਾਂ ਦੇ ਨਾਲ ਹੀ +2 ਕਿਸੇ ਨਾਲ ਪਾਸ ਕੀਤੀ ਹੈ ਜੀ ਮੈਡਮ। ਹਾਂਜੀ, ਇੱਥੋਂ ਸਿੱਧਾ ਪਹੁੰਚਿਆ। ਮੇਰਾ ਨਾਮ ਹੈ ਹਰਜੀਤ ਸਿੰਘ। ਮੈਂ ਸਾਧੂ ਜੀ ਦਾ ਮਤਲਬ ਛੋਟਾ ਬ੍ਰਦਰ ਹਾਂ, ਉਹਨਾਂ ਤੋਂ 3 ਸਾਲ ਛੋਟਾ, ਅਤੇ ਪਿੰਡ ਸੇਖਵਾਂ ਤੋਂ ਹੀ ਬਿਲੋਂਗ ਕਰਦਾ। ਅਤੇ ਜਿਹੜੇ ਮੇਰੇ ਸਾਧੂ ਵੀਰ ਜੀ ਆ, ਉਹਨਾਂ ਨੂੰ ਮਤਲਬ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀਗਾ, ਅਤੇ ਅਕਸਰ ਹੀ ਇਹ ਘਰ 'ਚ ਵੀ ਬਹੁਤ ਗੁਣਗੁਣਾਇਆ ਕਰਦੇ ਸੀ। ਅਤੇ ਜਦੋਂ ਅਸੀਂ ਸੁੱਤੇ ਉੱਠਣਾ ਤਾਂ ਇਹਨਾਂ ਦੀ ਆਵਾਜ਼ ਕੰਨਾਂ 'ਚ ਪੈਣੀ, ਤਾਂ ਅਸੀਂ ਮਤਲਬ ਸਾਨੂੰ ਬਹੁਤ ਆਨੰਦ ਜਿਹਾ ਆਉਣਾ। ਤਾਂ ਅਸੀਂ ਇਹਨੂੰ ਹੋਰ ਹਿੰਮਤ ਦਿੱਤੀ ਕਿ ਤੂੰ ਗਾਇਆ ਕਰ, ਮਤਲਬ ਤੂੰ ਵਧੀਆ ਗਾਉਣਾ ਵਾ, ਤੂੰ ਸਟੇਜਾਂ 'ਤੇ ਗਾਉਣਾ ਸਿੱਖ ਜਾਏਗਾ, ਤੂੰ ਉਹ ਵੱਡਾ ਬਣ ਜਾਏਗਾ। ਅਸੀਂ ਥੋੜ੍ਹੀ ਹੌਸਲਾ ਦੇ ਕੇ ਇਹਨੂੰ ਮਤਲਬ ਕਾਫੀ ਜ਼ਿਆਦਾ ਜਿਹੜਾ ਇਹਦਾ ਸ਼ੌਂਕ ਸੀਗਾ ਨਾ, ਅਸੀਂ ਬਹੁਤ ਜ਼ਿਆਦਾ ਇਹਨੂੰ ਸਪੋਰਟ ਕੀਤੀ। ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਮਤਲਬ ਜਿੱਦਾਂ ਸਾਰੇ ਪਰਿਵਾਰ ਵਾਲੇ ਕਾਫੀ ਜ਼ਿਆਦਾ ਉਮੀਦਾਂ ਰੱਖਦੇ ਆ ਇਹਦੇ ਤੋਂ, ਹੈ ਨਾ, ਅਤੇ ਅਸੀਂ ਇਹਨੂੰ ਸਪੋਰਟ ਵੀ ਹਮੇਸ਼ਾ ਕਰਦੇ ਹਾਂ। ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਮਤਲਬ ਲੋਕਾਂ ਦੇ ਜੋ ਨੈਗੇਟਿਵ ਵੇ ਆ ਨਾ, ਉਹਨਾਂ ਵੱਲ ਨਾ ਧਿਆਨ ਦਿਓ, ਤੁਸੀਂ ਪੋਜ਼ੀਟਿਵ ਵੇ ਵੱਲ ਦੇਖੋ, ਹੈ ਨਾ, ਕਿ ਤੁਸੀਂ ਆਪਣੀ ਲਾਈਫ ਦਾ ਸੋਚਣਾ, ਆਪਣੇ ਬੱਚਿਆਂ ਦਾ, ਆਪਣੀ ਵਾਈਫ ਦੀ ਲਾਈਫ ਬਾਰੇ ਸੋਚਣਾ। ਸੋ ਦੂਸਰੀਆਂ ਚੀਜ਼ਾਂ ਨੂੰ ਹੈ ਨਾ ਸਾਈਡ 'ਤੇ ਰੱਖ ਕੇ, ਜਾਂ ਕੋਈ ਤੁਹਾਨੂੰ ਪੁੱਠੀ ਮੱਤ ਦਿੰਦਾ ਜਾਂ ਪੁੱਠੀ ਸਲਾਹ ਦਿੰਦਾ, ਤਾਂ ਉਹਨਾਂ ਚੀਜ਼ਾਂ ਨੂੰ ਤੁਸੀਂ ਇਗਨੋਰ ਕਰਕੇ ਤੁਸੀਂ ਨਾ
ਆਪਣੇ ਜਿਹੜੀ ਲਾਈਫ ਦਾ ਏਮ ਆ ਜਾਂ ਗੋਲ ਆ ਜਾਂ ਕਿੱਦਾਂ ਵੀ ਆ ਹੈ ਨਾ, ਜੋ ਸੋਚਿਆ ਹੋਇਆ ਡ੍ਰੀਮ ਪੂਰਾ ਕਰਨਾ, ਸੋ ਉਸ ਚੀਜ਼ ਵੱਲ ਦੇਖੋ। ਬਾਕੀ ਮੈਂ ਵੀਰ ਜੀ ਲਈ ਇਹ ਅਰਦਾਸ ਕਰਦਾ ਕਿ ਬਾਬਾ ਜੀ ਹੈ ਨਾ ਇਹਨੂੰ ਮਤਲਬ ਉਹਨਾਂ ਕੰਮਾਂ ਤੋਂ ਵਰਜਨ ਜਿਨ੍ਹਾਂ ਤੋਂ ਆਪਣੀ ਸੁਸਾਇਟੀ ਕਿਤੇ ਨਾ ਕਿਤੇ ਉਸ ਚੀਜ਼ ਨੂੰ ਬੁਰਾ ਕਹਿੰਦੀ ਆ। ਸੋ ਮੈਂ ਤਾਂ ਇਹ ਕਹਿੰਦਾ ਕਿ ਅੱਜ ਦੇ ਯੁੱਗ 'ਚ ਜਿੱਥੇ 10 ਜਾਣੇ ਚੰਗਾ ਕਹਿਣ ਵਾਲੇ ਆ ਹੈ ਨਾ, ਉੱਥੇ 2 ਜਾਂ 4 ਜਾਣੇ ਮਾੜਾ ਕਹਿਣ ਵਾਲੇ ਵੀ ਹੁੰਦੇ ਆ। ਸੋ ਮੇਰੀ ਤਾਂ ਹਮੇਸ਼ਾ ਵੀਰ ਜੀ ਨੂੰ ਵੀ ਇਹੀ ਹੁੰਦੀ ਆ ਕਿ ਜੇ ਕੋਈ ਤੈਨੂੰ ਮਾੜਾ ਕਹਿੰਦਾ ਤਾਂ ਕੋਈ ਨਾ, ਜੇ ਆਪਾਂ ਨੂੰ 2 ਜਾਣੇ ਮਾੜਾ ਕਹਿੰਦੇ ਆ ਤਾਂ 10 ਜਾਣੇ ਚੰਗਾ ਵੀ ਕਹਿੰਦੇ ਆ। ਸੋ ਬਾਕੀ ਮੈਂ ਹਮੇਸ਼ਾ ਅਰਦਾਸ ਕਰਦਾ ਹੁੰਦਾ ਬਾਬਾ ਜੀ ਮੂਹਰੇ ਕਿ ਬਾਬਾ ਜੀ ਮਤਲਬ ਜੇ ਇਹ ਵੀਰ ਤੁਰਿਆ ਹੋਇਆ ਆਪਣੇ ਘਰ ਨੂੰ ਲੈ ਕੇ, ਸੋ ਇਹਨੂੰ ਹਮੇਸ਼ਾ ਹੀ ਮਤਲਬ ਕਾਮਯਾਬੀ ਦੀਆਂ ਬੁਲੰਦੀਆਂ ਤੇ ਜੋ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਸਾਡੀ ਫੈਮਿਲੀ ਦਾ, ਸਾਡੇ ਏਰੀਏ ਦਾ, ਸਾਡੀ ਡਿਸਟ੍ਰਿਕਟ ਦਾ ਜਾਂ ਸਾਡੇ ਪੰਜਾਬ ਦਾ, ਇੰਡੀਆ ਦਾ ਨਾਮ ਕਿਤੇ ਨਾ ਕਿਤੇ ਲੈ ਕੇ ਜਾਵੇ। ਸੋ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੇ ਲੋਕ ਹਾਰੇ ਹੰਬੇ ਆ, ਜਿਹੜੇ ਲੋਕ ਕਹਿੰਦੇ ਆ ਕਿ ਮੈਂ ਕੁਝ ਕਰ ਨਹੀਂ ਸਕਦਾ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਮੈਸੇਜ ਮਿਲੇ ਕਿ ਨਹੀਂ, ਉਹ ਬੰਦੇ 'ਚ ਕਿਤੇ ਨਾ ਕਿਤੇ ਕਮੀ ਹੈਗੀ ਸੀ ਬਟ ਉਸ ਬੰਦੇ ਨੇ ਹਿੰਮਤ ਨਹੀਂ ਛੱਡੀ। ਸੋ ਮੈਂ ਇਹੀ ਕਰਦਾ ਕਿ ਕਦੇ ਵੀ ਕਿਸੇ ਨੂੰ ਮੈਸੇਜ ਵੀ ਦੇਣਾ ਕਿ ਜੇ ਕਿਸੇ 'ਚ ਕੋਈ ਕਮੀ ਹੈਗੀ ਆ ਤਾਂ ਉਹ ਆਪਣੀ ਇੱਕ ਕਮੀ ਨੂੰ ਨਾ ਦੇਖੇ, ਆਪਣੇ ਦੇ ਵਿੱਚ ਜੋ ਵੀ ਪੋਜ਼ਿਟਿਵ ਹੁੰਦਾ ਨਾ ਉਸ ਚੀਜ਼ ਨੂੰ ਵੀ ਦੇਖਣਾ ਚਾਹੀਦਾ ਕਿ ਮੇਰੇ 'ਚ ਜੇ ਇੱਕ ਆ ਗੁਣ ਆ ਨਾ ਤਾਂ ਮੇਰੇ 'ਚ ਆਹ ਵਾਲੇ ਗੁਣ ਵੀ ਹੈਗੇ ਜੋ ਕਿਸੇ 'ਚ ਹੈ ਨਹੀਂ। ਪਰਿਵਾਰ ਦੀ ਅਸੀਂ ਗੱਲ ਕਰੀਏ, ਜਿੱਦਾਂ ਹੁੰਦਾ ਹੈ ਬਹੁਤ ਵਾਰੀ ਹੁੰਦਾ ਹੈ ਕਿ ਮਾਵਾਂ ਹਾਰ ਜਾਂਦੀਆਂ ਨੇ, ਹੈ ਨਾ, ਦੁਨਿਆਵੀ ਤਾਨੇ ਮਿਲਦੇ ਨੇ, ਸਮਾਜ ਦੇ ਲੋਕ ਕੁਝ ਅਜਿਹੇ ਨੇ ਜਿਨ੍ਹਾਂ ਦੀ ਸੋਚ ਤੁਸੀਂ ਅੱਜ ਵੀ ਨਹੀਂ ਬਦਲ ਸਕਦੇ, ਤੇ ਪਰਿਵਾਰ ਦਾ ਸਪੋਰਟ ਕਿਵੇਂ ਰਿਹਾ? ਮੇਰੇ ਪਰਿਵਾਰ ਦਾ ਸਪੋਰਟ ਬਹੁਤ ਵੱਡਾ ਸੀ ਜੀ। ਲੋਕੀ ਨੇ ਤਾਂ ਮੇਰੀ ਮਾਂ ਨੂੰ ਬਹੁਤ ਤਾਨੇ ਦਿੱਤੇ ਸੀ ਕਿ ਤੂੰ ਕੀ ਮਤਲਬ ਵੀ ਇਹ ਕੀ ਕਰੇਂਗੀ, ਤੂੰ ਆ ਕੇ ਇਹਨੂੰ ਕਿੱਦਾਂ ਪਾਲੇਂਗੀ, ਕਿੱਦਾਂ ਪੁੱਛੇਂਗੀ। ਪਰ ਮੇਰੀ ਮਾਂ ਨੇ ਮੇਰੇ ਨਾਲ ਬੜੇ ਦੁੱਖ ਕੱਟੇ ਆ, ਪਰ ਮੈਂ ਉਹਨੂੰ ਚਲੋ ਜਿੱਦਾਂ ਵੀ ਆ, ਪਰ ਮੇਰੀ ਮਾਂ ਸੀ, ਪਰ ਉਹਨੇ ਮੈਨੂੰ ਪਾਲ ਪੋਸ ਕੇ ਇੱਥੋਂ ਤੱਕ ਪਹੁੰਚਾਇਆ। ਮੈਂ ਉਹਦਾ ਦੇ ਨਹੀਂ ਦੇ ਸਕਦਾ ਔਰ ਮੈਂ ਬਹੁਤ ਖੁਸ਼ ਹਾਂ ਇਸ ਜ਼ਿੰਦਗੀ ਤੋਂ, ਔਰ ਵਾਹਿਗੁਰੂ ਮਾਲਕ ਇੱਦਾਂ ਹੀ ਚੜ੍ਹਦੀ ਕਲਾ 'ਚ ਰੱਖੇ। ਅੱਛਾ, ਇੱਕ ਸਮਾਂ ਆਉਂਦਾ ਜਦ ਸਾਨੂੰ ਪਤਾ ਚੱਲਦਾ ਹੈ ਨਾ, ਜੇ ਮੈਂ ਸੋਦੀ ਦੀ ਗੱਲ ਕਰ ਰਹੀ ਹਾਂ ਕਿ ਮੈਂ ਆ ਨਹੀਂ ਕਰ ਸਕਦਾ, ਰੱਬ ਨੇ ਮੈਨੂੰ ਆ ਦਾਤ ਨਹੀਂ ਬਖਸ਼ੀ, ਇੱਥੇ ਕਿਤੇ ਨਾ ਕਿਤੇ ਕਮੀ ਰੱਖਤੀ ਜਾਂ ਔਰਾਂ ਤੋਂ ਅੱਡ ਮੈਨੂੰ ਬਣਾਇਆ, ਕਦੇ ਇੱਦਾਂ ਦੀ ਸੋਚ ਆਈ? ਨਹੀਂ ਮੈਡਮ ਜੀ, ਮੈਨੂੰ ਕਦੀ ਕਿਸੇ ਦੇ, ਮੈਂ ਰੱਬ ਤੇ ਕਦੀ ਗਿਲਾ ਹੀ ਨਹੀਂ ਕੀਤਾ, ਕਿਸੇ ਚੀਜ਼ ਦਾ ਗਿਲਾ ਹੀ ਨਹੀਂ। ਮੈਂ ਕਰਾਂ ਕਾਹਦੇ ਲਈ, ਦੱਸੋ ਨਾ ਮੈਨੂੰ ਕਾਹਦੇ ਲਈ ਗਿਲਾ ਹੈ ਉਸ ਮਾਲਕ ਲਈ, ਦੱਸੋ ਨਾ ਮੈਨੂੰ ਕਾਹਦੇ ਲਈ, ਮੈਂ ਕਾਹਦੇ ਲਈ ਕਰਾਂ ਉਹਦੇ ਲਈ ਗਿਲਾ, ਕਿਉਂਕਿ ਸਭ ਕੁਝ ਤੇ ਦਿੱਤਾ ਹੈ। ਮੈਂ ਆਪਣੇ ਹੱਥੀਂ ਆਪ ਰੋਟੀ ਖਾਣ ਡਿਆ ਵਾਂ। ਜੇ ਮੈਨੂੰ ਹੱਥ ਨਹੀਂ ਦਿੱਤੇ ਤਾਂ ਮਾਲਕ ਨੇ ਮੈਨੂੰ ਪੈਰ ਤਾਂ ਦਿੱਤੇ ਨਾ, ਕਿਉਂਕਿ ਜੇ ਹੱਥਾਂ ਦੇ ਨਾਲ ਕੋਈ +2 ਕਰਦਾ ਹੈ ਤਾਂ ਮੈਂ ਪੈਰਾਂ ਦੇ ਨਾਲ, ਉਹ ਮਾਲਕ ਨੇ ਜੇ ਮੇਰੀ ਜ਼ਿੰਦਗੀ ਦੇ ਵਿੱਚ ਉਸਨੇ ਹੱਥ ਨਹੀਂ ਲਿਖੇ ਤਾਂ ਮੇਰੇ ਪੈਰ ਹੀ, ਉਸਨੇ ਹੱਥ ਵੀ ਉਹਦੇ ਕੋਲ ਹੀ ਆ ਤੇ ਦਿੱਤੇ ਤਾਂ ਫਿਰ ਵੀ ਹੱਥ ਹੀ ਆ। ਉਹਦੇ ਤਰੀਕੇ ਉਹਦੀਆਂ ਉਹ ਜਾਣੇ, ਜੋ ਉਹਦੇ ਰੰਗਾਂ ਦੀਆਂ, ਉਹਦੇ ਰੰਗਾਂ ਦੀ ਉਹ ਜਾਣੇ, ਮਾਲਕ ਦੇ ਰੰਗਾਂ ਦੀਆਂ ਉਹ ਜਾਣੇ। ਬਾਕੀ ਇਹ ਆ ਵੀ ਪੈਰਾਂ ਦੇ ਨਾਲ, ਤੁਹਾਨੂੰ ਮੈਂ ਦੱਸਿਆ +2 ਕੀਤੇ ਆ, ਖਾਣਾ ਔਰ ਰੋਟੀ ਵਗੈਰਾ, ਮੋਬਾਈਲ ਵਗੈਰਾ, ਸਾਰੇ ਕੰਮ ਪੈਰਾਂ ਦੇ ਨਾਲ। ਅੱਛਾ, ਸਾਧੂ ਸਿੰਘ ਆਪਣਾ ਸਾਰਾ ਦਿਨ ਅਗਰ ਦਿਨਚਰਿਆ ਦੇਖੀ ਜਾਵੇ ਕਿਵੇਂ ਦਿਨ ਬਤੀਤ ਕਰਦੇ ਨੇ? ਦਿਨ ਮੈਡਮ ਜੀ ਇੱਦਾਂ ਕਿਸੇ ਵੇਲੇ ਪ੍ਰੋਗਰਾਮ 'ਤੇ ਜਾਣਾ ਪੈਂਦਾ ਹੈ, ਜਿਵੇਂ ਕਨਵਰ ਗਰੇਵਾਲ ਜੀ ਨੇ ਮੇਰੇ ਬਾਰੇ ਭਾਜੀ ਹੁਣਾਂ ਨਾਲ ਗੱਲ ਕੀਤੀ ਸੀ ਕਿ ਇਸ ਬੰਦੇ ਦੀ ਸਪੋਰਟ ਕਰੋ ਵੀ ਜਿੰਨੀ ਵੀ ਹੋ ਸਕੇ। ਮੈਂ ਸਭ ਤੋਂ ਪਹਿਲਾਂ ਸੂਫੀਆਨਾ ਕਲਾਮ ਨੂੰ ਸਲਾਮ ਕਰਦਾ ਹਾਂ ਔਰ ਕਨਵਰ ਜੀ ਸਾਈਂ ਜੀ ਉਹਨਾਂ ਨੂੰ ਸਭ ਤੋਂ ਪਹਿਲਾਂ ਨਮਸਤੇ ਕਹਿਣਾ ਹਾਂ। ਬਹੁਤ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਚੈਨਲ ਦੇ ਨਾਲ ਜੋੜਿਆ ਹੈ। ਉਹਨਾਂ ਨੇ ਗੱਲਬਾਤ ਕੀਤੀ ਹੈ। ਸਭ ਤੋਂ ਵੱਡੀ ਗੱਲ ਉਹਨਾਂ ਦੀ ਹੈ ਕਿ ਉਹਨਾਂ ਨੇ ਤੁਹਾਡੇ ਮੈਨੂੰ ਦਰਸ਼ਨ ਕਰਵਾਏ ਆ ਭਾਜੀ ਉਹਨਾਂ ਦੇ ਔਰ ਤੁਹਾਡੇ ਮੈਡਮ ਜੀ। ਮੈਂ ਬਹੁਤ ਖੁਸ਼ ਹਾਂ ਤੁਹਾਡੇ ਇਸ ਚੈਨਲ ਤੋਂ ਔਰ ਮੈਂ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਮੇਰੀ ਮਤਲਬ ਕਿ ਸਪੋਰਟ ਕੀਤੀ ਜਾਏ। ਮਤਲਬ ਕਿ ਦੁਨੀਆ ਮੈਨੂੰ ਜਾਣੇ ਵੀ ਵਾਕਿਆ ਕੋਈ ਹੈ ਐਸੀ ਚੀਜ਼ ਵੀ ਬੰਦਾ ਵਾਕਿਆ ਨਾ ਵੀ ਬਾਵਾਂ ਹੁੰਦਿਆਂ ਵੀ ਪਿਆਰਾਂ ਦੇ ਨਾਲ ਲਿਖ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਬੰਦੇ ਨੇ। ਬਿਲਕੁਲ ਕੀਤੀ ਹੈ, ਬਿਲਕੁਲ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਸੀਂ ਸਾਰਿਆਂ ਦੇ ਲਈ ਇੱਕ ਹੌਸਲਾ ਬਣੇ ਹੋ, ਉਹਨਾਂ ਲੋਕਾਂ ਦੇ ਲਈ ਜਿਹੜੇ ਹਿੰਮਤ ਹਾਰ ਜਾਂਦੇ ਨੇ। ਹਿੰਮਤ ਨਹੀਂ ਹਾਰਨੀ, ਅਸੀਂ ਅੱਗੇ ਵਧਣਾ। ਅਗਰ ਰੱਬ ਨੇ ਇੱਕ ਚੀਜ਼ ਨਹੀਂ ਦਿੱਤੀ ਦੂਜੀ ਤਾਂ ਦਿੱਤੀ, ਉਹਦਾ ਇਸਤੇਮਾਲ ਕਿਉਂ ਨਾ ਚੰਗੇ ਤਰੀਕੇ ਨਾਲ ਕਰੀਏ। ਅੱਛਾ, ਸਵੇਰੇ ਆਪਣੇ ਬੇਟੇ ਨੂੰ ਸਕੂਲ ਛੱਡਣ ਕਦੇ ਗਏ ਹੋ? ਆਪਣੇ ਬੇਟੇ ਨਾਲ ਕਿਵੇਂ ਸਮਾਂ ਬਤੀਤ ਕਰਦੇ ਹੋ? ਬੇਟੇ ਨਾਲ ਮੈਂ ਜਦੋਂ ਪ੍ਰੋਗਰਾਮ ਤੋਂ ਆਉਣਾ ਤੇ ਬੇਟੇ ਨਾਲ ਜਦੋਂ ਪ੍ਰੋਗਰਾਮ ਤੋਂ ਆਈਦਾ ਤਾਂ ਉਦੋਂ ਲਾਡੀਆਂ ਪਾਰਟੀਆਂ ਇੱਦਾਂ ਬੜਾ ਖੁਸ਼ ਹੁੰਦਾ ਹੈ ਦੇਖ ਕੇ। ਮਤਲਬ ਕਿ ਜਦੋਂ ਕਦੀ ਪੇਸਟੀ ਲੈ ਆਉਣੀ, ਕਦੀ ਕੁਝ ਇੱਦਾਂ ਖਾਣ ਨੂੰ, ਕੁਝ ਬਰਗਰ ਕੱਚਾ ਹੈ ਕੁਝ ਵੀ, ਅਤੇ ਬੜਾ ਖੁਸ਼ ਹੁੰਦਾ ਹੈ ਮਨ ਵੀ। ਵੇਖੋ ਕਿਵੇਂ ਵਾਹਿਗੁਰੂ ਦੀ ਉਸ ਵਾਹਿਗੁਰੂ ਅੱਗੇ ਪਹਿਲਾਂ ਹੱਥ ਜੋੜੀ ਦੇ ਵੀ ਮਾਲਕਾ ਮੈਨੂੰ ਇਹੋ ਜਿਹੇ ਦਿਨ ਵੀ ਵਿਖਾਣੇ ਸੀ ਤੂੰ ਕਿ ਮੇਰਾ ਬੇਟਾ ਮੈਨੂੰ ਗਾਉਂਦਿਆਂ ਵੇਖੇ ਵੀ ਮਤਲਬ ਕਿ ਮੇਰਾ ਡੈਡੀ ਆ ਗਿਆ ਹੈ। ਫਿਰ ਪੁੱਛਦਾ ਹੈ ਡੈਡੀ ਪਾਣੀ ਲਿਆਵਾਂ, ਹੋਰ ਕਿੱਦਾਂ, ਫਿਰ ਅੱਜ ਮੇਲਾ ਕਿੱਦਾਂ ਦਾ ਰਿਹਾ, ਕਈ ਸਿੰਗਰੀ ਮੈਨੂੰ ਵੀਡੀਓ ਵਿਖਾ ਲਓ। ਫਿਰ ਬਹੁਤ ਮਤਲਬ ਘਰ ਵਾਲੀ ਮੇਰੀ ਬਹੁਤ ਵਾਈਫ ਵੀ ਬਹੁਤ ਅੱਛੇ ਨੇ। ਉਹ ਵੀ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਤਿਆਰ ਕਰਦੇ ਨੇ, ਕੱਪੜੇ ਪਾਉਂਦੇ ਨੇ, ਨਵਾਲਦੇ ਨੇ, ਤਿਆਰ ਕਰਕੇ ਮੈਨੂੰ ਰੈਡੀ ਕਰਕੇ ਮਤਲਬ ਵੀ ਕੰਮ 'ਤੇ ਤੋਰ ਦਿੰਦੇ ਨੇ ਵੀ ਜਿੱਥੇ ਵੀ ਮੈਂ ਮੇਲੇ 'ਤੇ ਜਾਣਾ ਹੋਵੇ, ਜਾਗਰਣ 'ਤੇ ਜਾਣਾ ਹੋਵੇ ਜਾਂ ਕਵਾਲੀ ਸੂਫੀ ਵਾਲਾ ਮਹਿਫਿਲ 'ਤੇ ਜਾਣਾ ਹੋਵੇ। ਹਾਂਜੀ। ਅੱਛਾ,
ਮਹੀਨੇ 'ਚ ਕਿੰਨੀ ਵਾਰ ਮੇਲੇ ਤੇ ਜਾਂਦੇ ਹੋ? ਮੈਡਮ ਮਹੀਨੇ 'ਚ ਤੇ ਮੈਂ ਮਤਲਬ ਵੀ ਲਗਾਤਾਰ ਮੇਰੇ ਮਤਲਬ ਵੀ ਕੰਟੀਨਿਊ ਚੱਲਦੇ ਰਹਿੰਦੇ ਆ ਇੱਦਾਂ, ਮਤਲਬ ਵੀ ਚਲੋ ਇਹ ਆ ਵੀ ਚਲੋ ਪ੍ਰਧਾਨਾਂ ਨਾਲ ਗੱਲ ਕਰ ਲਈਦੀ ਹੈ ਫੋਨ 'ਤੇ ਵੀ ਭਾਜੀ ਇੱਦਾਂ ਵਾ ਵੀ ਮੇਰੀ ਜ਼ਿੰਦਗੀ ਆ ਵੀ ਤੁਸੀਂ ਕੁਝ ਨਾ ਦਿਓ ਮੈਨੂੰ, ਜੋ ਵੀ ਸੰਗਤ ਵੱਲੋਂ ਤੇਲ ਫੁੱਲ ਹੋ ਜੇ ਉਹਦੇ ਨਾਲ ਮੇਰਾ ਸਰ ਜਾਊਗਾ। ਤੇ ਬਸ ਇੰਨੇ 'ਚ ਉਹਨਾਂ ਨਾਲ ਗੱਲਬਾਤ ਕਰਕੇ ਤੇ ਉਹਨੇ ਇੱਕ ਗਾਣੇ ਦਾ ਚਾਹੇ 2 ਗਾਣਿਆਂ ਦਾ ਟਾਈਮ ਬਸ ਲੈ ਕੇ ਤੇ ਆਪਣੀ ਜ਼ਿੰਦਗੀ ਕੱਟੀ ਜਾਣ ਰਹੇ ਉਸ ਮਾਲਕ ਦੇ ਸਾਰੇ। ਜਿਸ ਟਾਈਮ ਪੈਰਾਂ ਦਾ ਇਸਤੇਮਾਲ ਤੁਸੀਂ ਹਾਂਜੀ, ਕਰਦੇ ਹੋ ਹਾਂਜੀ। ਆਪਣੇ ਆਪ ਦੇ ਲਈ, ਭਾਵੇਂ ਉਹ ਤਿਆਰ ਹੋਣ ਦੇ ਲਈ ਹੈ, ਭਾਵੇਂ ਰੋਟੀ ਖਾਣ ਲਈ ਹੈ, ਹਾਂਜੀ। ਭਾਵੇਂ ਕੁਝ ਵੀ ਹੈ ਕਿਸੇ ਤਰੀਕੇ ਦੇ ਨਾਲ ਹਾਂਜੀ। ਵੀ, ਉਸ ਟਾਈਮ ਮਹਿਸੂਸ ਕੀ ਹੁੰਦਾ? ਮਹਿਸੂਸ ਮੈਡਮ ਜੀ ਮੈਨੂੰ ਕੋਈ, ਮੈਂ ਤੁਹਾਨੂੰ ਦੱਸਿਆ ਮੈਨੂੰ ਮੈਂ ਕਦੀ ਉਹਦੇ ਨਾਲ ਮਹਿਸੂਸ ਹੋਵਾਂ ਕਿਉਂ ਮੈਡਮ ਜੀ, ਮੈਂ ਇੱਕ ਅੰਦਰੋਂ ਖੁਸ਼ੀ ਹੁੰਦੀ ਹੈ, ਬਹੁਤ ਮਾਣ ਜ਼ਿਆਦਾ ਮਹਿਸੂਸ ਹੁੰਦਾ ਹੈ ਖੁਦ ਮੈਡਮ ਜੀ ਮੈਨੂੰ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਪੈਰਾਂ ਨਾਲ ਚੀਜ਼ ਫੜ ਕੇ ਆਪ ਖਾਂਦਾ, ਇਹਨਾਂ ਮੈਨੂੰ ਤਸੱਲੀ ਹੁੰਦੀ। ਕਈ ਮੈਨੂੰ ਦੇਖਦੇ ਆ ਵੀ ਪੈਰਾਂ ਨਾਲ ਫੜ ਕੇ ਇਹ ਚੀਜ਼ ਖਾਣ ਡਿਆ ਤੇ ਕਈ ਕਹਿਣਗੇ ਲਿਆ ਯਾਰ ਤੈਨੂੰ ਖਵਾ ਦਈਏ, ਪਰ ਮੈਂ ਕਹਿ ਦਿੰਦਾ ਮੈਨੂੰ ਤਸੱਲੀ ਨਹੀਂ ਹੋਣੀ ਤੁਹਾਡੇ ਖਵਾ ਲਿਆ। ਜਿੰਨਾ ਚਿਰ ਮੈਂ ਆਪਣੇ ਪੈਰ ਨਾਲ ਆਪਣੀ ਨਾ ਚੀਜ਼ ਫੜ ਕੇ ਖਾ ਲੈਂਦਾ ਮੈਨੂੰ ਤਸੱਲੀ ਨਹੀਂ ਹੁੰਦੀ, ਉਹਨਾਂ ਚਿਰ ਮੇਰੇ ਮਨ ਨੂੰ ਸਕੂਨ ਨਹੀਂ ਮਿਲਦਾ ਉਹਨਾਂ ਚਿਰ। ਜਿੰਨਾ ਚਿਰ ਮੈਂ ਆਪਣੇ ਪੈਰ ਨਾਲ ਆਪ ਚੀਜ਼ ਤੋੜ ਕੇ ਮੂੰਹ 'ਚ ਨਾ ਪਾਵਾਂ ਜਾਂ ਕੋਈ ਵੀ ਚੀਜ਼ ਆਪ ਨਾ ਕਰਾਂ ਤੇ ਮੈਨੂੰ ਕੋਈ ਮਨ ਨੂੰ ਤਸੱਲੀ ਨਹੀਂ ਹੁੰਦੀ। ਤੇ ਮੈਨੂੰ ਬੜੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮਾਲਕ ਨੇ ਚਲੋ ਹੱਥ ਨਹੀਂ ਦਿੱਤੇ ਤੇ ਮੈਨੂੰ ਪੈਰ ਹੀ ਉਸ ਮਾਲਕ ਨੇ ਐਸੇ ਬਖਸ਼ੇ ਦਿੱਤੇ ਨੇ ਕਿ ਹੱਥਾਂ ਦੇ ਨਾਲ ਹੀ ਮੈਂ ਜ਼ਿੰਦਗੀ ਜਿਹੜੀ ਹੱਥਾਂ ਵਰਗੀ ਬਤੀਤ ਕਰ ਰਿਹਾ। ਸਭ ਤੋਂ ਪਹਿਲਾਂ ਗੀਤ ਕਦੋਂ ਗਾਇਆ ਸੀਗਾ? ਕਿੰਨੀ ਕੁ ਉਮਰ 'ਚ ਗਾਇਆ ਸੀਗਾ? ਸਭ ਤੋਂ ਪਹਿਲਾ ਗੀਤ ਮੈਂ ਉਦੋਂ 6ਵੀਂ ਕਲਾਸ 'ਚ ਜਦੋਂ ਮੈਂ ਗਾਇਆ ਸੀ ਜੀ। ਹਾਂਜੀ, ਉਦੋਂ ਘਰੇ ਬੈਠੇ ਸੀ, ਸਕੂਲ ਸੀ? ਨਹੀਂ, ਸਕੂਲ ਟਾਈਮ ਸੀ ਜੀ। ਅੱਛਾ, ਹਾਂਜੀ ਕੋਈ ਫੰਕਸ਼ਨ ਚੱਲ ਰਿਹਾ ਸੀ? ਹਾਂਜੀ ਸਕੂਲੇ ਫੰਕਸ਼ਨ ਸੀ, ਉਹ ਪਾਰਟੀ ਸੀ ਵਗੈਰਾ। ਇਹ ਨਾਮੀ ਦਾ ਉਹ ਗੀਤ ਯਾਦ ਹੈ? ਕਿਹੜਾ ਗੀਤ ਗਾਇਆ ਸੀ? ਹਾਂਜੀ ਯਾਦ ਹੈ। ਉਹਦੀਆਂ 2 ਲਾਈਨਾਂ ਹੋ ਜਾਣ? ਕੋਈ ਨਹੀਂ, ਜ਼ਰੂਰ ਜੀ। ਹੰਝੂਆਂ ਨਾਲ ਲਿਖ ਚਿੱਠੀ ਤੇਰੇ ਵੱਲ ਪਾਈ, ਪਰ ਦੇਹੀ ਸਾਰੇ ਪੁੱਤ ਘਰ ਮੁਰਿਆਈ। ਹੰਝੂਆਂ ਨਾਲ ਲਿਖ ਚਿੱਠੀ ਹਾਏ ਤੇਰੇ ਵੱਲ ਪਾਈ, ਪਰ ਦੇਹੀ ਸਾਰੇ ਪੁੱਤ ਘਰ ਮੁਰਿਆਈ। ਉਹ ਬੁੱਢੇ ਤੇਰੇ ਮਾਪਿਆਂ ਦਾ ਤੇਰੇ ਤੋਂ ਬਗੈਰ, ਉਹ ਬੁੱਢੇ ਤੇਰੇ ਮਾਪਿਆਂ ਦਾ ਤੇਰੇ ਤੋਂ ਬਗੈਰ ਕੌਣ ਬਣੂਗਾ ਸਸੁਰ ਦਾ ਤਾਜ ਵੇ। ਲੋਕਾਂ ਦੇ ਤਾਂ ਪੁੱਤ ਨਿਤ ਵਤਨਾਂ ਨੂੰ ਆਉਂਦੇ, ਤੇਰਾ ਉੱਡਦਾ ਨੀ ਚੰਦਰਾਜ ਹਾਜ ਵੇ। ਲੋਕਾਂ ਦੇ ਤਾਂ ਬੱਚੇ ਨਿਤ ਵਤਨਾਂ ਨੂੰ ਆਉਂਦੇ, ਤੇਰਾ ਉੱਡਦਾ ਨੀ ਚੰਦਰਾਜ ਹਾਜ ਵੇ। ਕਾਤੋਂ ਉੱਡਦਾ ਨੀ ਚੰਦਰਾਜ ਹਾਜ ਵੇ, ਦੱਸ ਉੱਡਦਾ ਨੀ ਚੰਦਰਾਜ ਹਾਜ ਵੇ। ਹੰਝੂਆਂ ਨਾਲ ਲਿਖ ਚਿੱਠੀ ਤੇਰੇ ਵੱਲ ਪਾਈ, ਪਰ ਦੇਹੀ ਸਾਰ ਪੁੱਤ ਕਰ ਮੁਰਿਆਈ। ਬੁੱਢੇ ਤੇਰੇ ਮਾਪਿਆਂ ਦਾ ਤੇਰੇ ਤੋਂ ਬਗੈਰ, ਬੁੱਢੇ ਤੇਰੇ ਮਾਪਿਆਂ ਦਾ ਤੇਰੇ ਤੋਂ ਬਗੈਰ ਕੌਣ ਬਣੂਗਾ ਸਸੁਰ ਦਾ ਤਾਜ ਵੇ। ਲੋਕਾਂ ਦੇ ਤਾਂ ਬੱਚੇ ਨਿਤ ਵਤਨਾਂ ਨੂੰ ਆਉਂਦੇ, ਤੇਰਾ ਉੱਡਦਾ ਨੀ ਚੰਦਰਾਜ ਹਾਜ ਵੇ। ਲੋਕਾਂ ਦੇ ਤਾਂ ਪੁੱਤ ਨਿਤ ਵਤਨਾਂ ਨੂੰ ਆਉਂਦੇ, ਤੇਰਾ ਉੱਡਦਾ ਨੀ ਚੰਦਰਾਜ ਹਾਜ ਦੇ। ਦੱਸ ਉੱਡਦਾ ਨੀ ਚੰਦਰਾਜ ਹਾਜ, ਦੱਸ ਕਾਤੋਂ ਉੱਡਦਾ ਨੀ ਚੰਦਰਾਜ ਹਾਜ ਵੇ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਮੈਨੂੰ ਲੱਗਦਾ ਕਿ ਸ਼ਾਇਦ ਇਸ ਤੋਂ ਬਾਅਦ ਮੇਰੇ ਕੋਲ ਹੁਣੇ ਲਫ਼ਜ਼ ਨਹੀਂ ਹੈਗੇ ਕੁਝ ਹੋਰ ਕਹਿਣ ਲਈ, ਲੇਕਿਨ ਅਸੀਂ ਗੱਲਾਂ ਜ਼ਰੂਰ ਸਾਧੂ ਜੀ ਨਾਲ ਕਰਾਂਗੇ, ਉਹਨਾਂ ਦੇ ਜ਼ਿੰਦਗੀ ਦੀਆਂ, ਉਹਨਾਂ ਦੀ ਗਾਇਕੀ ਦੀਆਂ, ਉਹਨਾਂ ਦੇ ਸੁਪਨਿਆਂ ਦੀਆਂ ਤੇ ਉਹਨਾਂ ਦੇ ਫਿਊਚਰ ਪਲਾਨਿੰਗਸ ਦੀਆਂ। ਲੇਕਿਨ ਫਿਲਹਾਲ ਇੱਥੇ ਵੇਲਾ ਹੋ ਚਲਾ ਇੱਕ ਛੋਟੀ ਜਿਹੀ ਬ੍ਰੇਕ ਲੈਂਦਾ, ਬ੍ਰੇਕ ਤੋਂ ਬਾਅਦ ਅਸੀਂ ਛੇਤੀ ਲੌਟਦੇ ਹਾਂ। ਤੁਸੀਂ ਬਣੇ ਰਹੋ ਸਾਡੇ ਨਾਲ।
ਬ੍ਰੇਕ ਤੋਂ ਬਾਅਦ FI ਮੀਡੀਆ ਵੇਖ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਉਸ ਖਾਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਸਲਾਮੇ ਜ਼ਿੰਦਗੀ। ਤੇ ਅੱਜ ਇਸ ਸਲਾਮੇ ਜ਼ਿੰਦਗੀ ਦੇ ਖਾਸ ਐਪੀਸੋਡ ਵਿੱਚ ਸਾਡੇ ਨਾਲ ਮੌਜੂਦ ਨੇ ਇੱਕ ਖਾਸ ਸ਼ਖਸੀਅਤ ਜਿਹੜੇ ਹੌਸਲਿਆਂ ਦੀ ਪ੍ਰਤੱਖ ਮਿਸਾਲ ਨੇ। ਸਾਡੇ ਨਾਲ ਨੇ ਸਾਧੂ ਸੇਖਵਾਂ ਜੀ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਸਾਧੂ ਜੀ ਤੁਹਾਡਾ ਬਹੁਤ FI ਮੀਡੀਆ ਤੇ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗਾਣੇ ਦੀ 2 ਲਾਈਨਾਂ ਸੁਣੀਆਂ ਤੁਹਾਡੀਆਂ। 6ਵੀਂ ਜਮਾਤ ਵਿੱਚ ਸੀਗੇ ਜਿਸ ਟਾਈਮ ਤੁਸੀਂ ਗਾਣੇ ਦੀ ਸ਼ੁਰੂਆਤ ਕੀਤੀ। ਇਹ ਸ਼ੌਂਕ ਕਦੋਂ ਤੋਂ ਹੋਇਆ? ਬਚਪਨ ਤੋਂ ਹੀ ਸੀਗਾ ਗਾਣ ਦਾ? ਇਹ ਮੈਡਮ ਬਚਪਨ ਤੋਂ ਸ਼ੌਂਕ ਸੀ ਮੈਨੂੰ। ਕਿਸ ਟਾਈਮ ਲੱਗਾ ਕਿ ਮੈਨੂੰ ਗਾਣਾ ਚਾਹੀਦਾ ਜਾਂ ਗਾਇਕੀ ਦੇ ਵਿੱਚ? ਸਾਡੇ ਨਾ ਮੰਦਰਵਾਰ ਤੇ ਲਾਗੇ ਸਾਡੇ ਨਾ ਉੱਥੇ ਨਾ ਮੰਗਲਵਾਰ ਜਾਈਦਾ ਵਾ ਤੇ ਉੱਥੇ ਅਸੀਂ ਫਿਰ ਸ਼ਾਮਾਂ ਨੂੰ ਇਦਾਂ ਨਿਆਣੇ ਦੇ ਨਾਲ ਚੱਲ ਜਾਣਾ, ਨਿੱਕੇ ਹੁੰਦੇ ਤੇ ਇਦਾਂ ਉਹਦੇ ਰਾਤ ਨੂੰ ਚੱਲ ਜਾਣਾ ਤੇ ਭੇਟਾਂ ਗਾਉਣੀਆਂ। ਉਦੋਂ ਤੋਂ ਬਾਅਦ 'ਚ ਸ਼ੌਂਕ ਪੈ ਗਿਆ। ਮੁੜ ਕੇ ਸਕੂਲ ਟਾਈਮ ਦੇ ਵਿੱਚ ਗਾਉਣਾ, ਬਾਲ ਸਭਾ ਦੇ ਵਿੱਚ ਗਾਉਣਾ। ਮੁੜ ਕੇ ਫਿਰ ਜਦੋਂ ਪਾਰਟੀ ਵਗੈਰਾ ਹੋਣੀ ਸਕੂਲ ਦੇ ਵਿੱਚ, ਕੋਈ ਫੰਕਸ਼ਨ ਵਗੈਰਾ ਹੋਣਾ ਤੇ ਉਹਦੇ ਵਿੱਚ ਗਾਉਣਾ, ਕੋਈ ਗਾਉਣਾ। ਤੇ ਮੁੜ ਕੇ ਫਿਰ ਸਟੇਜਾਂ ਦੇ ਵਿੱਚ ਕਾਫੀ ਫਿਰ ਮੇਲਿਆਂ ਦੇ ਵਿੱਚ। ਜਿਸ ਟਾਈਮ ਸਭ ਤੋਂ ਪਹਿਲਾਂ ਤੁਸੀਂ ਮੰਦਿਰ 'ਚ ਗਾਇਆ, ਹਾਂਜੀ। ਉਸ ਟਾਈਮ ਘਰੇ ਜਾ ਕੇ ਕਿਹਾ ਕਿ ਮੈਂ ਗਾਇਕੀ 'ਚ ਪੈਣਾ, ਮੈਂ ਗਾਉਣਾ? ਹਾਂਜੀ ਮੈਡਮ ਜੀ, ਗਾਇਕੀ ਦਾ ਤਾਂ ਸ਼ੌਂਕ ਮੈਨੂੰ ਬਚਪਨ ਤੋਂ ਸੀ। ਤਾਂ ਹੀ ਤੇ ਅੱਜ ਤੱਕ ਮੈਂ ਗਾਇਕੀ ਦੇ ਨਾਲ ਜੁੜਿਆ ਪਿਆ। ਤੇ ਜਿਸ ਟਾਈਮ ਘਰਦਿਆਂ ਨੂੰ ਕਿਹਾ, ਦੱਸਿਆ ਕਿ ਮੈਂ ਗਾਇਕੀ 'ਚ ਪੈਣਾ ਹੈ, ਮੈਂ ਗਾਣੇ ਗਾਉਣੇ, ਘਰਦਿਆਂ ਦਾ ਕੀ ਰਿਐਕਸ਼ਨ ਸੀ? ਘਰਦਿਆਂ ਦਾ ਰਿਐਕਸ਼ਨ ਇਹ ਸੀ ਕਿ ਬਹੁਤ ਸਪੋਰਟ ਕੀਤੀ ਮੇਰੀ ਘਰਦਿਆਂ ਨੇ ਜਿੰਨੀ ਵੀ ਹੋ ਸਕੀ। ਘਰਦਿਆਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ, ਉਹਨਾਂ ਨੇ ਬਹੁਤ ਮੇਰੀ ਸਪੋਰਟ ਕੀਤੀ। ਬਾਕੀ ਮੈਡਮ ਜੀ ਗਾਇਕੀ ਦੀ ਇੱਕ ਚੀਜ਼ ਐਸੀ ਹੈ ਕਿ ਇਹ ਬੰਦੇ ਦੇ ਇਨਸਾਨ 'ਤੇ ਜਦੋਂ ਤੁਹਾਨੂੰ ਪਤਾ ਹੈ ਅੰਦਰ ਵੜ ਜਾਂਦੀ ਹੈ ਤੇ ਫਿਰ ਉਹ ਬੰਦਾ ਹੀ ਜਾਣਦਾ ਹੈ ਕਿ ਕੀ ਚੀਜ਼ ਹੈ। ਅੱਛਾ, ਸੰਗੀਤ ਜਗਤ 'ਚ ਤੁਸੀਂ ਕਿਹਨੂੰ ਆਪਣਾ ਆਈਡਲ ਮੰਨਦੇ ਹੋ? ਸੰਗੀਤ ਜਗਤ 'ਚ ਮੈਂ ਆਪਣੇ ਮਤਲਬ ਕਿ ਦੇਵਾ ਜੀ ਸਾਡੇ ਹੀ, ਚਲੋ ਉਹਨਾਂ ਦੇ ਮੰਦਿਰ ਤੋਂ ਮੈਂ ਜਾਣਾ ਚਾਲੂ ਕੀਤਾ। ਸਭ ਤੋਂ ਪਹਿਲਾਂ ਮੈਂ ਮਹਾਰਾਣੀ ਨੂੰ ਪ੍ਰਣਾਮ ਕਰਦਾ, ਮੱਥਾ ਟੇਕਦਾ ਹਾਂ, ਉਹਨਾਂ ਤੋਂ ਚਲੋ ਆਸ਼ੀਰਵਾਦ ਮਿਲਿਆ। ਬਾਅਦ ਦੇ ਵਿੱਚ ਮੈਂ ਥੋੜ੍ਹਾ ਜਿਹਾ ਆਪਣੇ ਲਾਗੇ ਸਾਡੇ ਮੀਰਜ਼ਾਦਾ ਹੈ ਨਛੱਤਰ ਮਾਸਟਰ ਜੀ, ਉਹਨਾਂ ਕੋਲ ਥੋੜ੍ਹੀ ਬਹੁਤੀ ਤਾਲੀਮ ਲਈ ਮੈਂ ਥੋੜ੍ਹੀ ਜਿਹੀ ਸੰਗੀਤ ਦੀ। ਅਤੇ ਬਾਅਦ ਦੇ ਵਿੱਚ ਇੱਦਾਂ ਸਟੇਜਾਂ 'ਤੇ ਗਾਉਣਾ। ਮੁੜ ਕੇ ਸਾਡੇ ਇੱਥੇ ਮੇਲੇ ਹੋਣੇ, ਫਿਰ ਮੇਲਿਆਂ ਦੇ ਵਿੱਚ ਟਾਈਮ ਲੈਣਾ, ਕਾਫੀ ਸਿੰਗਰਾਂ ਦੇ ਨਾਲ ਫਿਰ ਗਾਣਾ ਖਲਾਉਣਾ। ਜਿਸ ਟਾਈਮ ਇਕੱਲੇ ਬੈਠੇ ਹੁੰਦੇ ਹੋ, ਗਾਣੇ ਸੁਣਦੇ ਹੋ? ਹਾਂਜੀ। ਕਿਹਦੇ ਗਾਣੇ ਸਭ ਤੋਂ ਵੱਧ ਸੁਣਦੇ ਹੋ? ਮੈਂ ਜ਼ਿਆਦਾ ਜੀ ਕਨਵਰ ਨੂੰ ਸੁਣਨਾ। ਕੰਵਰ ਗਰੇਵਾਲ? ਹਾਂ, ਚਾਹੇ ਗੁਰਦਾਸ ਮਾਨ ਨੂੰ ਚਾਹੇ ਕਨਵਰ ਨੂੰ। ਹਾਂਜੀ। ਕੰਵਰ ਗਰੇਵਾਲ ਨੇ ਕਦੇ ਗਾਇਆ? ਹਾਂਜੀ, ਕਾਫੀ ਵਾਰੀ ਗਾਇਆ ਜੀ। ਕਾਫੀ ਵਾਰੀ? ਹਾਂਜੀ। ਅੱਛਾ, ਅਗਰ ਕਦੇ ਕੰਵਰ ਗਰੇਵਾਲ ਜੀ ਨਾਲ ਜਿੱਦਾਂ ਤੁਹਾਡੀ ਮੁਲਾਕਾਤ ਹੁੰਦੀ ਹੈ ਤਾਂ ਉਸ ਟਾਈਮ ਉਹ ਮੁਲਾਕਾਤ ਦਾ ਪਲ ਕਿਹੋ ਹੁੰਦਾ? ਉਦੋਂ ਤੇ ਮੈਡਮ ਜੀ ਉਹ ਆਣ ਕੇ ਜ਼ਿਕਰ ਹੀ ਮੇਰਾ ਪਹਿਲਾਂ ਹੀ ਸਭ ਤੋਂ ਪਹਿਲਾਂ ਆਣ ਕੇ ਮੇਰਾ ਹੀ ਜ਼ਿਕਰ ਕਰਦੇ ਆ ਸਟੇਜ 'ਤੇ ਕਿ ਕਰੀ ਇਸ ਬੰਦੇ ਦੇ ਨਾਂ 'ਤੇ ਆਂਦਾ ਤਾਰੀਆਂ ਲਾਓ। ਵੀ ਇੱਕ ਬੰਦਾ ਇਹ ਚੀਜ਼ ਆ, ਮਿਸਾਲ ਇੱਕ ਆਂਦਾ ਇੱਕ ਸਾਡੇ ਲਈ ਕਿ ਬੰਦੇ ਦੇ ਹੱਥ ਵੀ ਹੁੰਦਿਆਂ ਦੇ ਨਾਮ ਹੀ ਆਂਦਾ ਤਾਂ ਵੀ ਪੈਸੇ ਸੁੱਟਣ ਆਉਂਦਾ ਕਿ ਦੱਸਦਾ ਹੈ ਵੀ ਮੈਨੂੰ ਕਨਵਰ ਵੀ ਇਹ ਨਾ ਸੋਚ ਕੇ ਇਹਦੇ ਪੱਲੇ ਕੁਝ ਹੈ ਨਹੀਂ ਆ, ਇਹ ਤੈਨੂੰ ਦੱਸ ਰਿਹਾ ਕਿ ਪੈਸੇ ਸੁੱਟਦਾ ਆ ਤੇਰੇ ਪੈਰਾਂ ਦੇ, ਵੀ ਤੇਰੇ ਇਹਦੇ 'ਚ ਤਾਕਤ ਵਾ, ਇਹ ਤੈਨੂੰ ਦੱਸ ਰਿਹਾ ਹੈ। ਉਹ ਦੱਸਦਾ ਹੈ ਲੋਕਾਂ ਨੂੰ ਮੇਰੇ ਬਾਰੇ। ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ ਹੈ ਜੀ। ਕਨਵਰ ਤੇ ਉਹਦੀ ਸੋਚ ਹੀ ਉਹ ਤੇ ਸਾਈਂ ਲੋਕਾਂ ਦੇ ਨਾਲ ਰਲੀ ਹੈ ਨਾ, ਉਹਦੀ ਫਕੀਰੀ ਲੈਣ ਦੇ ਵਿੱਚ ਇੱਕ। ਰਿਆਜ਼ ਕਰਦੇ ਹੋ? ਹਾਂਜੀ। ਸਾਰਾ ਦਿਨ? ਨਹੀਂ, ਸਾਰਾ ਦਿਨ ਨਹੀਂ ਮੈਡਮ ਜੀ, ਇੱਦਾਂ ਮੇਲਿਆਂ ਦੇ ਵਿੱਚ ਜਦੋਂ ਆਉਣਾ ਟਾਈਮ 'ਤੇ ਫਿਰ ਚਾਹੇ ਮੰਗਲਵਾਰ ਚਾਹੇ ਇੱਦਾਂ ਘਰ ਕਿਤੇ ਬਹਿ ਕੇ ਜਾਂ ਮਤਲਬ ਕਿ ਇੱਦਾਂ। ਤੇ ਰਿਆਜ਼ ਕਿਵੇਂ ਕਰਦੇ ਹੋ? ਰਿਆਜ਼ ਤਾਂ ਮੈਡਮ ਤੇ ਹੁਣ ਤੇ ਮੇਰੇ ਤਾਲੀਮ ਲੈਣੇ ਹੋ ਕਿਸੇ ਤੋਂ? ਕੋਈ ਨਾਲ ਹੁੰਦਾ? ਹਾਂਜੀ, ਨਾਲ ਹੁੰਦਾ ਹੈ। ਨਾਲ ਮੰਨਾ ਜੀ ਹੁੰਦੇ ਸਾਡੇ ਪਿੰਡ ਦੇ, ਉੱਥੇ ਨਾਲ ਹੀ ਮੁੰਡੇ ਆ, ਉਹ ਨਛੱਤਰ ਜੀ ਮਾਸਟਰ, ਜਿਨ੍ਹਾਂ ਕੋਲ ਅਸੀਂ ਸਿੱਖਿਆ ਮੀਰਜ਼ਾਦੇ, ਉਹਨਾਂ ਤੋਂ ਸਿੱਖਿਆ ਹੈ। ਅਤੇ ਉਹਨਾਂ ਕੋਲ ਚੱਲ ਜਾਈਦਾ ਜਦੋਂ ਮਤਲਬ ਕਿ ਵਿਹਲੇ ਹੋਈਦਾ ਹੈ ਅਤੇ ਫਰੀ ਟਾਈਮ ਉਦੋਂ ਮਤਲਬ ਕਿ ਉੱਥੇ ਰਿਆਜ਼ ਕਰੀਦਾ ਵਗੈਰਾ। ਅੱਛਾ, ਕਦੇ ਉੱਦਾਂ ਹੋਇਆ ਕਿ ਪਿੰਡ 'ਚ ਤੁਸੀਂ ਜਾ ਰਹੇ ਹੋ, ਪਿੰਡ 'ਚ ਵਿਚਰ ਰਹੇ ਹੋ ਅਤੇ ਉਸ ਟਾਈਮ ਇਕੱਲੇ ਹੁੰਦਾ ਨਾ, ਕਈ ਵਾਰ ਬੰਦਾ ਗੁਣਗੁਣਾਉਣ ਲੱਗ ਜਾਂਦਾ ਅਤੇ ਕਿਤੇ ਖੇਤਾਂ 'ਚ ਬੈਠੇ ਹੋ ਪਿੰਡ ਦੇ ਵਿੱਚ ਅਤੇ ਗੁਣਗੁਣਾ ਰਹੇ ਹੋ ਅਤੇ ਕੋਈ ਆਇਆ ਔਰ ਉਸਨੇ ਕੋਈ ਬਹੁਤ ਵਧੀਆ ਗੱਲ ਕੀਤੀ ਹੋਵੇ? ਇੱਦਾਂ ਦੀ ਗੱਲ ਮੈਡਮ ਜੀ, ਇੱਕ ਵਾਰੀ ਮੈਂ ਕੋਈ ਗਾਣਾ, ਮੈਂ ਕਿਹੜਾ ਗੁਰਦਾਸ ਮਾਨ ਜੀ ਦਾ ਪਤਾ ਨਹੀਂ ਕਿਹੜਾ ਬੋਲਣ ਡਿਆ, ਅਤੇ ਸਾਡੇ ਹੈਗੇ ਵੈਸ਼ਨੋ ਮਾਤਾ ਹੀ ਦੇਵਾ ਜੀ ਰਹਿੰਦੇ ਹੁੰਦੇ, ਅਤੇ ਉਹਨਾਂ ਦੇ ਮੰਦਰੇ ਮੈਂ ਗਿਆ ਸਾਂ ਰਾਤ, ਅਤੇ ਉਹਨਾਂ ਦੇ ਮੰਦਰੇ ਇੱਕ ਆਇਆ ਸੀ ਕਾਦੀਆਂ ਤੋਂ ਭਗਤ ਆਇਆ ਸੀ ਕੋਈ, ਅਤੇ ਉਹਨਾਂ ਨੇ ਮੈਨੂੰ ਸੁਣਿਆ ਸੀ ਉੱਥੇ ਮੰਦਰੇ। ਉੱਥੋਂ ਅਸੀਂ ਪਹਿਲਾਂ ਇੱਥੇ ਜਵਾਲਾ ਜੀ ਸਾਡੇ ਮੰਦਰਾ ਸਾਡੇ ਮਜ਼੍ਹਬੀ ਸਿੰਘਾਂ ਦਾ, ਉੱਥੇ ਪਹਿਲਾਂ ਆਪਾਂ ਟਾਈਮ ਲਾ ਕੇ ਮੁੜ ਕੇ ਜੱਟਾਂ ਵਾਲੇ ਮੰਦਰੇ ਪਾਸੇ ਚੱਲ ਗਏ ਵੈਸ਼ਨੋ ਮਾਤਾ ਦੇ। ਉੱਧਰ ਸਾਡੇ ਦੇਵਾ ਜੀ ਉਦੋਂ ਦਿੰਦੇ ਹੁੰਦੇ ਸੀ ਵੱਡੇ, ਹੁਣ ਤਾਂ ਛੋਟੇ ਦੂਜੇ ਆ ਨਾ ਮਜ਼੍ਹਬੀ ਸਿੰਘਾਂ ਦੇ, ਉਹ ਜੇ ਹਾਲੇ ਹੈਗੇ ਆ, ਅਤੇ ਜਿਹੜੇ ਜੱਟਾਂ ਵਾਲੇ ਉਹ ਸਮਾ ਗਏ ਆ, ਮਤਲਬ ਕਿ ਉਹ ਜੋਤੀ ਸਰੂਪ ਹੋ ਗਿਆ। ਅਤੇ ਉਹ ਉਦੋਂ ਹੈਗੇ ਸੀ ਅਤੇ ਉਹਨਾਂ ਦੇ ਮੰਦਰੇ ਆਏ ਸੀ ਕਾਦੀਆਂ ਤੋਂ ਬੰਦੇ, ਅਤੇ ਉਹਨਾਂ ਨੇ ਉਦੋਂ ਮੈਨੂੰ ਸੁਣਿਆ ਅਤੇ ਉਹਨਾਂ ਨੇ ਫਿਰ ਮੈਨੂੰ ਸੱਦਿਆ ਉੱਥੇ ਪ੍ਰੋਗਰਾਮ 'ਤੇ, ਆਪਣੇ ਘਰ ਬੁਲਾਇਆ ਸੀ ਵੀ ਇਹ ਬੰਦੇ ਨੂੰ ਟਾਈਮ ਅਸਾਂ ਦੇਣਾ ਵਾ 1-2 ਭੇਟਾਂ ਦਾ। ਅਤੇ ਉਹਨਾਂ ਨੇ ਮੈਨੂੰ ਬੁਲਾ ਕੇ ਉਦੋਂ ਫਿਰ ਮੈਂ ਬੜਾ ਮਹਿਸੂਸ ਕੀਤਾ ਕਿ ਕਿਸੇ ਨੇ ਮੈਨੂੰ ਬੁਲਾਇਆ ਹੈ, ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਕਿਸੇ ਨੇ ਮੈਨੂੰ ਪਸੰਦ ਕੀਤਾ ਹੈ, ਅਤੇ ਬਹੁਤ ਮਨ ਖੁਸ਼ੀ ਹੋਈ। ਗਾਇਕੀ ਦੀ ਜਗਤ ਵਿੱਚ ਸਾਡਾ ਹੁਣ ਸੁਪਨਾ ਕੀ ਹੈ?
ਕਿਹਦੇ ਨਾਲ ਕੰਮ ਕਰਨਾ ਚਾਹੁੰਦੇ? ਸੁਪਨਾ ਮੇਰਾ ਇਹੋ ਹੀ ਹੈ ਜੀ ਕਿ ਲੋਕਾਂ ਦੀ ਮੈਂ ਪਛਾਣ ਬਣਾ ਵੀ ਲੋਕਾਂ ਦੇ ਵਿੱਚ ਵਿਚਰਾਂ ਵੀ ਮੈਨੂੰ ਵੀ ਲੋਕੀ ਜਾਣਨ ਵੀ ਮੈਂ ਵੀ ਇੱਕ ਸੰਗੀਤ ਦੀ ਲਾਈਨ ਵਿੱਚ ਜੁੜਾਂ ਵੀ ਜਿਵੇਂ ਕਨਵਰ ਸਾਹਿਬ ਹੋਏ, ਫਿਰੋਜ਼ ਖਾਨ ਜੀ ਹੋਏ, ਕਮਲ ਖਾਨ ਹੋ ਗਏ, ਗੁਰਦਾਸ ਮਾਨ ਜੀ ਹੋ ਗਏ, ਔਰ ਹੋਰ ਵੀ ਸੂਫੀਆਨਾ ਕਲਾਮ ਜਿਹੜੇ ਗਾਉਂਦੇ ਨੇ ਕਾਫੀ ਸਿੰਗਰ ਜਿਹੜੇ ਹੋ ਗਏ, ਮਾਸਟਰ ਸਲੀਮ ਜੀ, ਵੀ ਸਾਬਰਕੋਟੀ ਸਾਹਿਬ, ਸਰਦੂਲ ਸਿਕੰਦਰ ਸਾਹਿਬ, ਜਿੰਨੇ ਵੀ ਫਨਕਾਰ ਵਧੀਆ ਨੇ, ਸਾਰਿਆਂ ਦੀ ਇਹੋ ਸੋਚ ਹੁੰਦੀ ਹੈ ਕਿ ਆਪੋ ਆਪਣਾ ਵੀ ਪਬਲਿਕ ਦੇ ਵਿੱਚ ਪਬਲਿਕਸਿਟੀ ਹੋਣਾ ਵੀ ਮਤਲਬ ਨਾਂ ਆਪਣਾ ਕਮਾਉਣਾ। ਮੈਂ ਵੀ ਚਾਹੁੰਦਾ ਹੈ ਕਿ ਚਲੋ ਵਾਹਿਗੁਰੂ ਮਾਲਕ ਮੇਰੇ ਵੀ ਚਲੋ ਬੇਟਾ ਵਾ, ਮੇਰੀ ਪਤਨੀ ਆ, ਮੇਰਾ ਪਰਿਵਾਰ ਵਾ, ਮੇਰਾ ਘਰ-ਬਾਰ ਵਾ, ਵੀ ਮੈਂ ਵੀ ਦੁਨੀਆ ਦੇ ਵਿੱਚ ਆਵਾਂ ਅਤੇ ਇੱਕ ਮਿਸਾਲ ਕਾਇਮ ਕਰਾਂ ਵੀ ਲੋਕੀ ਮੈਨੂੰ ਵਾਕਿਆ ਪਛਾਣਨ ਵੀ ਵਾਕਿਆ ਵੀ ਬੰਦਾ ਹੱਥ ਨਾ ਵੀ ਹੁੰਦਿਆਂ ਬਾਵਜੂਦ ਵੀ ਇਹ ਪੈਰਾਂ 'ਤੇ ਨਾਲ ਹੀ ਕਿ ਸਾਰੇ ਕੰਮ ਕਰਕੇ ਅਤੇ ਕਿੱਥੋਂ ਚੀਜ਼ ਆਏ ਪਹੁੰਚਿਆ ਇਹ ਬੰਦਾ। ਕਿਸੇ ਨਾਲ ਕਦੇ ਰਾਬਤਾ ਕਾਇਮ ਕੀਤਾ, ਕਿਸੇ ਗਾਇਕ ਦੇ ਨਾਲ, ਭਾਵੇਂ ਉਹ ਕੰਵਰ ਗਰੇਵਾਲ ਹੁਣ ਭਾਵੇਂ ਕੋਈ ਹੋਰ ਹੋਵੇ? ਨਹੀਂ, ਉਹਨਾਂ ਨਾਲ ਮੈਡਮ ਜੀ ਮੈਂ ਕਦੀ ਵਾਕਿਆ ਨਹੀਂ, ਉਹਨਾਂ ਕਦੀ ਪੁੱਛਿਆ ਨਹੀਂ ਮੈਨੂੰ ਵੀ ਕਿ ਤਬੀਅਤ ਕਿੱਦਾਂ ਮਤਲਬ ਕੀ ਹੋਇਆ। ਜਿਸ ਟਾਈਮ ਕੰਵਰ ਗਰੇਵਾਲ ਆਉਂਦੇ ਨੇ, ਤੁਹਾਡਾ ਜ਼ਿਕਰ ਕਰਦੇ ਨੇ ਸਟੇਜ 'ਤੇ, ਤੁਸੀਂ ਉਹਨਾਂ ਸਾਹਮਣੇ ਗੁਣਗੁਣਾਉਂਦੇ ਨੇ, ਉਸ ਟਾਈਮ ਕਦੇ ਰਾਬਤਾ ਕਾਇਮ ਨਹੀਂ ਹੋਇਆ, ਕਦੇ ਗੱਲਬਾਤ ਨਹੀਂ ਹੋਈ? ਮੈਡਮ ਇੱਕ ਗੱਲ ਉਹਨਾਂ ਦੀ ਮੈਨੂੰ ਬੜੀ ਵਧੀਆ ਲੱਗਦੀ ਆ ਕਿ ਉਹ ਖੁਦ ਮੈਨੂੰ ਗਵਾਉਂਦੇ ਨੇ ਆਪ ਮੈਕ ਫੜ ਕੇ, ਉਹ ਸਟੈਂਡ ਨਹੀਂ ਲਵਾਉਂਦੇ। ਉਹਨਾਂ 'ਚ ਉਹ ਪੱਬਾਂ ਭਾਰੀ ਰਹਿੰਦੇ ਨੇ ਅੱਡੀਆਂ ਚੁੱਕ ਕੇ ਜਿੰਨਾ ਚਿਰ ਮੈਂ ਗਾਉਣਾ। ਉਹ ਬੰਦੇ ਦੀ ਮੈਂ ਇੱਕ ਗੱਲ ਦੇਖੀ ਆ, ਉਹਨੇ ਜਿੰਨਾ ਚਿਰ ਬਹਿਣਾ ਹੈ ਮੇਰੇ ਲਾਗੇ ਉਹਨਾਂ ਮੈਕ ਆਪ ਰੱਖਣਾ, ਸਟੈਂਡ ਵਾਲੇ ਨੂੰ ਕਹਿਣਾ ਤੂੰ ਸਟੈਂਡ ਨਾ ਲਾਗੇ ਲੈ ਕੇ। ਉਸ ਬੰਦੇ ਦੀ ਮੈਂ ਇਸ ਗੱਲੋਂ ਬਹੁਤ ਤਾਰੀਫ ਕਰਦਾ। ਉੱਦਾਂ ਮੈਂ ਚਲੋ ਉਹਨਾਂ ਦੇ ਕਰਕੇ ਤੁਹਾਡੇ ਇਸ ਸਟੂਡੀਓ ਦੇ ਵਿੱਚ ਆਇਆ ਹਾਂ, ਉਹਨਾਂ ਨੇ ਜ਼ਿਕਰ ਕੀਤਾ ਹੈ ਮੇਰੇ ਬਾਰੇ, ਤੁਹਾਡੇ ਭਾਜੀ ਉਹਨਾਂ ਨੇ ਦੱਸਿਆ ਹੈ। ਸਭ ਤੋਂ ਪਹਿਲਾਂ ਉਹਨਾਂ ਜੀ ਨੂੰ ਬਹੁਤ ਅੱਗੇ ਮੈਂ ਦੱਸਿਆ ਕਿ ਉਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਸਤਿਕਾਰ ਕਰਦਾ ਉਹਨਾਂ ਦਾ ਕਿ ਉਹਨਾਂ ਨੇ ਜ਼ਿਕਰ ਤੁਹਾਡੇ ਨਾਲ ਕੀਤਾ ਅਤੇ ਤੁਸੀਂ ਮੈਨੂੰ ਇੱਥੇ ਬੁਲਾਇਆ ਅਤੇ ਚਲੋ ਮੈਂ ਤੁਹਾਡੇ ਚੈਨਲ ਦਾ ਇੱਕ ਹਿੱਸਾ ਬਣਿਆ। ਅੱਛਾ, ਜਿਹੜਾ ਗੀਤ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਹੋਵੇ, ਜਿਹੜਾ ਤੁਸੀਂ ਸਭ ਤੋਂ ਵੱਧ ਗੁਣਗੁਣਾਉਂਦੇ ਹੋ? ਮਾਂ ਦਾ ਦਿਲ ਰੱਖਣੇ ਨੂੰ ਇੰਨਾ ਕਹਿ ਦੇਈਦਾ, ਕਰਦਿਆਂ ਪਿਆਰ ਤੇ ਨਜ਼ਾਰਾ ਪੂਰਾ ਲਈਦਾ। ਹਾਲੇ ਕੱਲ 1.5 ਲੱਖ ਆਇਆ ਮੁੰਡੇ ਦਾ, ਕੱਲ 1.5 ਲੱਖ ਆਇਆ ਮੁੰਡੇ ਦਾ, ਪਈ ਦੱਸਦੀ ਸੀ ਚਾਚੀਆਂ ਤੇ ਤਾਈਆਂ ਨੂੰ। ਜੇ ਮੈਂ ਸੱਚ ਦੱਸ ਦਿੱਤਾ ਮਾਂ ਨੇ ਆਖਣਾ ਵੇ ਪੁੱਤਾ ਅੱਗ ਲੱਗੇ ਐਸੀਆਂ ਕਮਾਈਆਂ ਨੂੰ। ਸੱਚ ਦੱਸ ਦਿੱਤਾ ਮਾਂ ਨੇ ਆਖਣਾ ਵੇ ਪੁੱਤਾ ਅੱਗ ਲੱਗੇ ਐਸੀਆਂ ਕਮਾਈਆਂ ਨੂੰ। ਹਾਂ ਸਿਰ ਜ਼ਿੰਮੇਵਾਰੀਆਂ ਨੇ ਪਾਰੀਆਂ, ਭੈਣਾਂ ਛੋਟੀਆਂ ਨੇ ਹਾਲੇ 2 ਕੁਵਾਰੀਆਂ। ਮਾਂ ਨੇ ਸੁਪਨੇ ਜੋ ਵੇਖੇ ਵੱਡੇ ਵੱਡੇ ਸੀ, ਰੀਝਾਂ ਕਰਨੀਆਂ ਪੂਰੀਆਂ ਮੈਂ ਸਾਰੀਆਂ। ਮਾਂ ਪੂਣੀ ਉੱਤੇ ਇੱਕੋ ਗੱਲ ਕਹਿੰਦੀ ਐ, ਪੂਣੀ ਉੱਤੇ ਇੱਕੋ ਗੱਲ ਕਹਿੰਦੀ ਐ, ਕਹਿੰਦੀ ਦੇਣੀਆਂ ਮੈਂ ਗੱਡੀਆਂ ਜਵਾਈਆਂ ਨੂੰ। ਜੇ ਮੈਂ ਸੱਚ ਦੱਸ ਦਿੱਤਾ ਮਾਂ ਨੇ ਆਖਣਾ ਵੇ ਪੁੱਤਾ ਅੱਗ ਲੱਗੇ ਐਸੀਆਂ ਕਮਾਈਆਂ ਨੂੰ। ਸੱਚ ਦੱਸ ਦਿੱਤਾ ਮਾਂ ਨੇ ਆਖਣਾ ਵੇ ਪੁੱਤਾ ਅੱਗ ਲੱਗੇ ਐਸੀਆਂ ਕਮਾਈਆਂ ਨੂੰ। ਸੱਚ ਦੱਸ ਦਿੱਤਾ ਮਾਂ ਨੇ ਆਖਣਾ ਵੇ ਪੁੱਤਾ ਅੱਗ ਲੱਗੇ ਐਸੀਆਂ ਕਮਾਈਆਂ ਨੂੰ। ਅੱਛਾ, ਗਾਇਕੀ ਤੋਂ ਇਲਾਵਾ ਸਾਧੂ ਸੇਖਵਾਂ ਜੀ ਨੂੰ ਹੋਰ ਕੀ ਪਸੰਦ ਹੈ ਸਭ ਤੋਂ ਜ਼ਿਆਦਾ, ਜੋ ਆਪਣਾ ਉਹ ਇਕੱਲੇ ਬੈਠੇ ਹੁੰਦੇ ਨੇ ਆਪਣੇ ਸਮੇਂ ਦੇ ਵਿੱਚ ਉਹ ਕਰਨਾ ਪਸੰਦ ਕਰਦੇ ਨੇ? ਇਕੱਲੇ ਮੈਡਮ ਜੀ ਇਹੋ ਵੀ ਕੁਝ ਨਾ ਕੁਝ ਮਤਲਬ ਕਿ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਆਪਣੇ ਬੇਟੇ ਨਾਲ ਜ਼ਿੰਦਗੀ ਬਿਤਾਵਾਂ, ਆਪਣੇ ਘਰਦਿਆਂ ਦੇ ਨਾਲ ਜ਼ਿੰਦਗੀ ਬਿਤਾਵਾਂ, ਔਰ ਬਾਹਰ ਯਾਰਾਂ ਦੋਸਤਾਂ ਦੇ ਨਾਲ ਮਤਲਬ ਕਿ ਇੱਦਾਂ। ਯਾਰਾਂ ਦੋਸਤਾਂ ਨਾਲ ਜਾਂਦੇ ਹੋ? ਹਾਂਜੀ, ਰੋਜ਼ ਸ਼ਾਮੀ ਮਿਲਦੇ ਹੋ? ਰੋਜ਼ ਸ਼ਾਮੀ ਇਕੱਠੇ? ਹਾਂਜੀ ਹਾਂਜੀ ਮੈਡਮ ਜੀ। ਕੀ ਗੱਲਾਂ ਹੁੰਦੀਆਂ ਨੇ, ਕਿਸ ਤਰੀਕੇ ਦੇ ਨਾਲ ਦੋਸਤਾਂ ਨਾਲ ਵਿਚਰਦੇ ਹੋ? ਦੋਸਤਾਂ ਨਾਲ ਇੱਦਾਂ ਹੀ ਵੀ ਜਦੋਂ ਆਈ ਦਾ ਪ੍ਰੋਗਰਾਮ ਤੋਂ ਪੁੱਛਦੇ ਅੱਜ ਕਿਹੜਾ ਸਿੰਗਰ ਆਇਆ ਸੀ, ਦਿਖਾ ਸਾਨੂੰ ਫੋਟੋ ਕਿਹਦੇ ਨਾਲ ਆਈ ਹੈ, ਕਿਹੜੀ ਸਨੈਪ ਕਰਾਈ ਹੈ, ਕਿਹੜਾ ਸਿੰਗਰ ਆਇਆ, ਫਿਰ ਇੱਦਾਂ ਮਤਲਬ ਵੀ ਦਿਖਾਈ ਦਾ ਇੱਕ ਦੂਜੇ ਨੂੰ। ਫਿਰ ਸੈਲਫੀਆਂ ਉਹ ਕਹਿ ਦਿੰਦੇ ਚੱਲ ਸਾਡੀ ਤੂੰ ਫੇਸਬੁੱਕ 'ਤੇ ਪਾ ਦੇ, ਸਾਨੂੰ ਮਤਲਬ ਸੈਂਡ ਕਰਦੇ ਅਸੀਂ ਤੇਰੀ ਫੇਸਬੁੱਕ 'ਤੇ ਪਾ ਦਾਂਗੇ। ਫਿਰ ਇੱਕ ਦੂਜੇ ਨੂੰ ਆਪਾਂ ਇੱਦਾਂ ਮਤਲਬ ਪਿਆਰ ਦੇ ਨਾਲ ਇੱਦਾਂ ਸਾਮਾਨ ਫਿਰ ਮਿਲਦੀ ਤਾਂ ਬੜਾ ਦਿਲ ਨੂੰ ਖੁਸ਼ੀ ਹੁੰਦੀ ਹੈ ਮਿਲ ਕੇ। ਸਾਧੂ ਸੇਖਵਾਂ ਨੇ ਇੱਕ ਸੁਪਨਾ ਵੇਖਿਆ, ਕੀ ਸੁਪਨਾ ਵੇਖਿਆ? ਸੁਪਨਾ ਮੈਡਮ ਜੀ ਇਹ ਕਿ ਮੇਰਾ ਵੀ ਮੈਂ ਕੁਝ ਕਰ ਸਕਾਂ, ਮੈਂ ਆਪਣੇ ਘਰਦਿਆਂ ਲਈ ਕੁਝ ਕਰ ਸਕਾਂ, ਆਪਣੀ ਵਾਈਫ ਲਈ ਕਰ ਸਕਾਂ ਸਭ ਤੋਂ ਵੱਡੀ। ਅਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣੀ ਵਾਈਫ ਦਾ ਸਭ ਤੋਂ ਵੱਡਾ ਮੈਂ ਸ਼ੁਕਰਗੁਜ਼ਾਰ ਹਾਂ ਜਿਹਨੇ ਮੇਰੇ ਵਰਗੇ ਇਨਸਾਨ ਨੂੰ ਇੱਕ ਨੂੰ ਚੁਣਿਆ ਹੈ। ਉਹਦਾ ਮੈਂ ਦੇਣ ਨਹੀਂ ਦੇ ਸਕਦਾ। ਔਰ ਸਭ ਤੋਂ ਵੱਡੀ ਗੱਲ ਤਾਂ ਮੇਰੇ ਮਾਂ ਪਿਓ ਦੀ ਹੈ ਜਿਨ੍ਹਾਂ ਨੇ ਮੇਰੇ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਹੈ। ਉਹਨਾਂ ਦੀ ਦੇਣ ਹੈ ਇੱਥੋਂ ਤੱਕ ਮੈਨੂੰ ਲਿਆਉਣ ਦੀ।
ਔਰ ਇਹੋ ਮੇਰੀ ਮੁਰਾਦ ਹੈ ਕਿ ਚਲੋ ਮੈਂ ਲੋਕਾਂ ਦੇ ਵਿੱਚ ਆਵਾਂ ਔਰ ਲੋਕਾਂ ਦੀ ਪਛਾਣ ਬਣਾ ਤੇ ਇੱਕ ਜ਼ਿੰਦਗੀ ਜਿਹੜੀ ਹੈ ਕਾਇਮ ਰੱਖਾਂ ਔਰ ਮਿਸਾਲ ਬਣਾ ਕੇ ਵਾਕਿਆ ਵੀ ਹੱਥ ਨਾ ਵੀ ਹੁੰਦਿਆਂ ਬਾਵਜੂਦ ਵੀ ਬੰਦਾ ਪੈਰਾਂ ਦੇ ਨਾਲ +2 ਸੀਟਾਂ ਪੜ੍ਹ ਕੇ ਤੇ ਇਸ ਲਾਈਨ ਦੇ ਵਿੱਚ ਮੁਕਾਮ ਤੇ ਕਿਆ ਪਹੁੰਚਿਆ ਹੈ। ਗੀਤ ਲਿਖਦੇ ਵੀ ਹੋ? ਨਹੀਂ ਮੈਡਮ ਜੀ ਮੈਂ ਲਿਖਦਾ ਨਹੀਂ, ਸਿਰਫ ਗਾਣ ਦਾ ਸ਼ੌਂਕ। ਹਾਂਜੀ। ਤੇ ਸਭ ਤੋਂ ਜ਼ਿਆਦਾ ਗਾਣੇ ਕਵਰ ਗਰੇਵਾਲ ਤੇ ਗੁਰਦਾਸ ਮਾਨ ਦੇ ਹੀ ਸੁਣਦੇ, ਉਹਨਾਂ ਦੇ ਹੀ ਗਾਣੇ ਗਾਣ ਦਾ ਸ਼ੌਂਕ ਹੈ? ਨਹੀਂ, ਮਾਸਟਰ ਸਲੀਮ ਜੀ ਨੂੰ ਮੈਂ ਗਾਣਾ, ਫਿਰੋਜ਼ ਖਾਨ ਜੀ ਨੂੰ ਗਾਣਾ, ਹੋਰ ਸਾਬਰ ਕੋਟੀ ਜੀ ਨੂੰ ਗਾਣਾ। ਵੀ ਜ਼ਿਆਦਾ ਸ਼ੌਂਕ ਇਹਨਾਂ ਨੂੰ ਦੋਵਾਂ ਨੂੰ ਆ ਵੀ ਜ਼ਿਆਦਾ ਕਾਫੀ ਮੇਲਿਆਂ ਦੇ ਵਿੱਚ ਜਾਈਦਾ ਹੈ ਸੂਫੀ ਗਾਇਕੀ ਹਾਂ ਸੂਫੀ ਕਹਿ ਦਿੰਦੇ ਵੀ ਗੁਰਦਾਸ ਮਾਨ ਨੂੰ ਗਾ, ਜ਼ਿਆਦਾ ਕਹਿ ਦੇਣਗੇ ਚਾਹੇ ਵੀ ਕਨਵਰ ਨੂੰ ਗਾ, ਤੇਰੇ ਮੂੰਹ ਕਨਵਰ ਸੋਹਣਾ ਲੱਗਦਾ ਹੈ, ਕਨਵਰ ਨੂੰ ਗਾਓ। ਫਿਰ ਕਹਿ ਦੇ ਤੇ ਫਰਮਾਇਸ਼ ਫਿਰ ਪੂਰੀ ਕਰਨੀ ਪੈਂਦੀ ਹੈ। ਫਿਰ ਅੱਛਾ, ਤੁਸੀਂ ਪੂਰੇ ਇੰਟਰਵਿਊ ਦੌਰਾਨ ਨਾ ਆਪਣੀ ਵਾਈਫ ਦਾ ਜ਼ਿਕਰ ਬਹੁਤ ਜ਼ਿਆਦਾ ਕੀਤਾ ਹੈ ਨਾ, ਔਰ ਤੁਹਾਡੀ ਗੱਲਾਂ ਨਾਲ ਲੱਗਦਾ ਤੁਸੀਂ ਆਪਣੀ ਵਾਈਫ ਨੂੰ ਬਹੁਤ ਪਿਆਰ ਕਰਦੇ ਹੋ। ਅਗਰ ਤੁਹਾਡੀ ਮੈਰਿਜ ਸਟੋਰੀ ਦੀ ਗੱਲ, ਕਿਵੇਂ ਵਿਆਹ ਹੋਇਆ, ਕਿਸ ਤਰੀਕੇ ਨਾਲ ਉਹ ਤੁਹਾਡੀ ਜ਼ਿੰਦਗੀ 'ਚ ਆਏ, ਕਿਵੇਂ ਮਿਲੇ? ਮੈਡਮ ਜੀ ਉਹਨਾਂ ਦੀ ਮੈਂ ਨਾ ਇੱਦਾਂ ਮਤਲਬ ਕਿ ਸਾਡੇ ਨਾ ਉੱਥੇ ਪ੍ਰੋਗਰਾਮ ਸੀ ਉਹਦੇ ਲਾਗੇ, ਅਤੇ ਉੱਥੇ ਮੈਂ ਗਿਆ ਸਾਂ, ਗਾਉਣ ਗਿਆ ਸਾਂ, ਅਤੇ ਉੱਥੇ ਮਤਲਬ ਕਿ ਸਾਡੇ ਮਤਲਬ ਕਿ ਇੱਦਾਂ ਸੰਯੋਗ ਮਤਲਬ ਜਿੱਦਾਂ ਉਹਨੇ ਮਾਲਕ ਨੇ ਕਰਾਉਣੇ ਹੁੰਦੇ ਆ, ਅਤੇ ਇੱਦਾਂ ਸਾਡੇ ਸੰਯੋਗ ਮਤਲਬ ਕਿ ਹੋ ਗਏ, ਅਤੇ ਉਹਨਾਂ ਨੇ ਇੱਦਾਂ ਮਤਲਬ ਕਿ ਨੰਬਰ ਮੇਰਾ, ਮੈਂ ਚਲੋ ਇੱਕ ਦੂਜੇ ਨੂੰ ਆਪਾਂ ਲਾਈਵ ਹੋ ਚੱਲਣ ਡਿਆ ਵਾ ਪ੍ਰੋਗਰਾਮ ਝੂਠ ਕਾਹਦੇ ਲਈ ਮਾਰਨਾ, ਅਤੇ ਇੱਕ ਦੂਜੇ ਨਾਲ ਆਪਾਂ ਮਤਲਬ ਕਿ ਲਾਈਵ ਮਤਲਬ ਕਿੰਨੇ ਨੰਬਰ ਦਿੱਤਾ ਸੀ ਪਹਿਲਾਂ? ਤੁਸੀਂ ਦਿੱਤਾ ਸੀ, ਉਹਨਾਂ ਨੇ ਦਿੱਤਾ ਸੀ? ਨਹੀਂ, ਉਹਨਾਂ ਨੇ ਦਿੱਤਾ ਸੀ, ਮੈਂ ਨਹੀਂ, ਉਹਨਾਂ ਨੇ ਮੇਰਾ ਨੰਬਰ ਕਿਸੇ ਕੋਲ ਲਿਆ ਸੀ, ਅਤੇ ਫਿਰ ਉਹਨਾਂ ਨੇ ਕੀਤਾ, ਫਿਰ ਸਾਡੀ ਗੱਲ ਚੱਲਦੀ ਰਹੀ ਇੱਦਾਂ, ਅਤੇ ਮਤਲਬ ਕਿ ਮੈਂ ਬਾਅਦ 'ਚ ਹਰੀ ਇੱਦਾਂ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਨਾਲ ਮੈਂ ਮੈਰਿਜ ਕਰਾਉਣੀ ਹੈ, ਅਤੇ ਮੇਰੇ ਵੀ ਘਰ ਦੇ ਚਲੋ ਮੰਨ ਗਏ, ਅਤੇ ਉਹਨਾਂ ਦੇ ਵੀ ਚਲੋ ਮੰਨ ਗਏ, ਅਤੇ ਬਾਕੀ ਇਹ ਵੀ ਚਲੋ ਹੁਣ ਮਾਲਕ ਨੇ ਬੇਟਾ ਦੇ ਦਿੱਤਾ, ਅਤੇ ਬੜੀ ਵਧੀਆ ਜ਼ਿੰਦਗੀ ਹੈ ਜਿਹੜੀ। ਵਿਆਹ ਨੂੰ ਕਿੰਨੇ ਕੁ ਸਾਲ ਹੋਏ? ਵਿਆਹ ਮੇਰੇ ਨੂੰ ਹੋ ਗਿਆ ਜੀ 8 ਸਾਲ ਦਾ ਮੇਰਾ ਬੇਟਾ ਹੋ ਗਿਆ, ਅਤੇ 11 ਕੁ ਸਾਲ ਦਾ ਹੋ ਗਿਆ, 10 ਕੁ ਸਾਲ ਹੋ ਹੀ ਗਏ, 11ਵਾਂ ਸਾਲ ਦਾ 12 ਸਾਲ। ਅੱਛਾ, ਜਿਸ ਟਾਈਮ ਸ਼ਾਮੀ ਘਰੇ ਜਾਂਦੇ ਹੋ ਮੇਲਿਆਂ ਤੋਂ, ਤੇ ਵਾਈਫ ਮਿਲਦੀ ਹੈ, ਪਾਣੀ ਵਗੈਰਾ ਪੁੱਛਦੀ ਹੈ, ਉਸ ਤੋਂ ਬਾਅਦ ਉਹਨਾਂ ਨਾਲ ਕਿਵੇਂ ਉਹਨਾਂ ਨੂੰ ਕਿਤੇ ਬਾਹਰ ਲੈ ਕੇ ਜਾਂਦੇ ਹੋ, ਘੁੰਮਦੇ ਹੋ? ਹਾਂਜੀ, ਜ਼ਰੂਰ ਖਰੀਦਾ ਜੀ ਮੈਡਮ ਜੀ, ਸਾਡੇ ਲਵਲੀ ਸਵੀਟ ਆ ਲਾਗੇ, ਹਾਂਜੀ ਉੱਥੇ ਹੀ ਲੈ ਜਾਈਦਾ। ਹੋਰ ਵੀ ਜਦੋਂ ਕਿ ਕਾਫੀ ਦੁਕਾਨਾਂ ਮਨਿਆਰੀ ਦੀ ਜਿੱਦਾਂ ਵੀ ਕੋਈ ਵੀ ਚੀਜ਼ ਲੈਣੀ ਹੋਏ ਤਾਂ ਨਾਲ ਚੱਲ ਜਾਈਦਾ ਹੈ ਵੀ ਚਲੋ ਲੈ ਕੇ ਦਿੰਦੇ ਹਾਂ ਤੁਹਾਨੂੰ। ਸਾਧੂ ਸੇਖਵਾਂ, ਜਿਸ ਟਾਈਮ ਬਚਪਨ ਦੀ ਅਸੀਂ ਗੱਲ ਕੀਤੀ, ਜੀਵਨ ਬਤੀਤ ਹੋਇਆ, ਤੁਸੀਂ ਦੱਸਿਆ ਕਿ ਜਦੋਂ ਪੈਦਾ ਹੋਏ ਤੇ ਬਾਹਰ ਦੇ ਲੋਕਾਂ ਨੇ ਆ ਕੇ ਘਰੇ ਮਾਪਿਆਂ ਨੂੰ, ਦਾਦੀ ਮਾਂ ਨੂੰ ਕੀ ਕਿਹਾ, ਉਹ ਤੋਂ ਬਾਅਦ ਸਕੂਲ ਵਿੱਚ ਗਏ। ਸਕੂਲ ਵਿੱਚ ਜਿਸ ਟਾਈਮ ਤੁਸੀਂ ਪੜ੍ਹਨ ਜਾਂਦੇ ਸੀਗੇ ਜਾਂ ਸਕੂਲ ਵਿੱਚ ਬਾਕੀ ਬੱਚਿਆਂ ਨਾਲ ਬਹਿੰਦੇ ਸੀਗੇ, ਤੇ ਬਾਕੀ ਲੋਕਾਂ ਵੱਲੋਂ ਜਾਂ ਬੱਚਿਆਂ ਵੱਲੋਂ ਕੁਝ ਉਸ ਤਰੀਕੇ ਦਾ ਫੀਲ ਕਰਵਾਇਆ ਜਾਂਦਾ ਸੀ, ਜਾਂ ਤੁਹਾਨੂੰ ਕਦੇ ਫੀਲ ਹੁੰਦਾ ਸੀ ਕਿ ਮੈਂ ਕੁਝ ਅੱਡ ਹਾਂ? ਨਹੀਂ ਮੈਡਮ, ਮੈਂ ਨਹੀਂ ਕਦੀ ਫੀਲ ਕੀਤਾ ਹੈ ਵੀ ਮਤਲਬ ਵੀ ਦੇਖ ਕੇ ਵੀ ਇਹ ਹੱਥਾਂ ਨਾਲ ਰੇ ਲਿਆ ਅਤੇ ਮੈਂ ਪੈਰਾਂ ਨਾਲ ਰੇ ਲਿਆ, ਵੀ ਮੈਂ ਨਹੀਂ ਕਦੀ ਵੀ ਕੀਤਾ ਜ਼ਿਕਰ ਵੀ ਇਹ ਹੱਥਾਂ ਨਾਲ ਡਿਆ ਅਤੇ ਮੈਂ ਪੈਰਾਂ ਨਾਲ ਡਿਆ। ਮੈਂ ਮਾਲਕ ਦਾ ਇੰਨਾ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਮੈਨੂੰ ਕਲਮ ਫੜਨੀ ਸਿਖਾਤੀ, ਬਸ ਵੀ ਇਹਨਾਂ ਮੈਂ ਬੜਾ ਉਹਦਾ ਮਾਲਕ ਦਾ, ਮੈਂ ਉਹਦੇ ਨਾਲ ਕੋਈ ਸ਼ਿਕਵਾ ਨਹੀਂ, ਉਹਦੇ ਨਾਲ ਮੈਨੂੰ ਕੋਈ ਮਾਲਕ 'ਤੇ ਕੋਈ ਵੀ ਗੁੱਸਾ ਨਹੀਂ ਹੈ, ਕੋਈ ਉਹਦੇ 'ਤੇ ਮੈਨੂੰ ਕੋਈ ਦੋਸ਼ ਨਹੀਂ ਹੈ। ਮੈਂ ਤਾਂ ਇਹਨਾਂ ਮਾਲਕ 'ਤੇ ਬੜਾ ਖੁਸ਼ ਹਾਂ ਕਿ ਉਹਨੇ ਮੈਨੂੰ ਆਪਣੇ ਖਾਣ ਪੀਣ ਜੋਗਾ ਕਰਤਾ ਵਾ, ਵੀ ਇਹਨਾਂ ਵੀ ਕਿਸੇ ਦੇ ਮੈਨੂੰ ਹੱਥਾਂ ਦੇ ਵਿੱਚ ਰਹਿਣ ਨਹੀਂ ਦਿੱਤਾ, ਵੀ ਕਿਸੇ ਦਾ ਮੈਨੂੰ ਬੁਰਕੀ ਵੀ ਮੇਰੇ ਮੂੰਹ 'ਚ ਕੋਈ ਪਾਉਣ ਜੋਗਾ ਨਹੀਂ, ਮੈਂ ਆਪ ਖੁਦ ਚੀਜ਼ ਆਪਣੇ ਮੂੰਹ 'ਚ ਪਾਉਣ ਜੋਗਾ ਮੈਨੂੰ ਕਰਤਾ ਮਾਲਕ, ਇੰਨਾ ਬੜਾ ਮੈਂ ਖੁਸ਼ ਹਾਂ ਜੀ। ਤੁਹਾਡੀ ਜ਼ਿੰਦਗੀ 'ਚ ਸਭ ਤੋਂ ਨੇੜੇ ਰਿਸ਼ਤਾ ਕਿਹੜਾ ਹੈ? ਤੁਹਾਡੀ ਜ਼ਿੰਦਗੀ ਦਾ ਉਹ ਕਿਹੜਾ ਇਨਸਾਨ ਹੈ ਜਿਹੜਾ ਤੁਹਾਡੇ ਸਭ ਤੋਂ ਕਲੋਜ਼ ਹੈ? ਸਭ ਤੋਂ ਨੇੜੇ ਤੇ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੈਂ ਦੱਸਿਆ ਕਿ ਪਹਿਲਾਂ ਤਾਂ ਚਲੋ ਮਾਂ ਹੁੰਦੀ ਹੈ, ਮਾਂ ਪਿਓ ਦਾ ਰਿਸ਼ਤਾ ਜਿਹੜਾ ਹੈ ਕਿ ਜ਼ਿਆਦਾ ਹੁੰਦਾ ਹੈ ਆਪਣੇ ਬੱਚਿਆਂ ਦੇ ਨਾਲ, ਔਰ ਸਭ ਤੋਂ ਜ਼ਿਆਦਾ ਮੇਰੀ ਦਾਦੀ ਜੀ ਮੇਰੇ ਨਾਲ ਕਰਦੇ ਰਹੇ, ਜਿਨ੍ਹਾਂ ਨਾਲ ਤੁਸੀਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰਦੇ ਰਹੇ। ਮੇਰੀ ਦਾਦੀ ਜੀ ਨੇ ਮੇਰਾ ਬੜਾ ਸਾਥ ਦਿੱਤਾ ਜੀ। ਮੈਂ ਸਭ ਤੋਂ ਪਹਿਲਾਂ ਆਪਣੀ ਦਾਦੀ ਜੀ ਨੂੰ, ਚਲੋ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ, ਪਰ ਮੈਂ ਦਿਲੋਂ ਪਿਆਰ ਕਰਦਾ ਆਪਣੀ ਦਾਦੀ ਜੀ, ਬੜਾ ਮਾਣ ਕਰਦੀ, ਮੇਰਾ ਬਹੁਤ ਪਿਆਰ ਕਰਦੇ ਰਹੇ। ਸਾਧੂ ਜੀ, ਸਾਧੂ ਸਿੰਘ ਜਦੋਂ ਪੈਦਾ ਹੋਇਆ ਜੀ, ਉਦੋਂ ਮਤਲਬ ਸਾਨੂੰ ਪਿੰਡ ਹੋਣ ਦੇ ਜਦੋਂ ਇਹਨੇ ਜਨਮ ਲਿਆ ਨਾ, ਸਾਰਾ ਪਿੰਡ ਸਾਡੇ ਘਰ ਆ ਗਿਆ, ਸਾਰੇ ਘਰ ਆਣ ਕੇ ਸਾਡੇ ਰੋਣਾ ਸ਼ੁਰੂ ਕਰ ਦਿੱਤਾ, ਮਾਤਾ ਸਾਡੀ ਨੇ ਸ਼ੁਰੂ ਕਰ ਦਿੱਤਾ ਰੋਣਾ, ਅਤੇ ਪਿੰਡ ਇਕੱਠਾ ਹੋ ਗਿਆ, ਅਤੇ ਅਸੀਂ ਵੇਖਿਆ ਵੀ ਮਾਤਾ ਰੋਣ ਕਿਉਂ ਡੈ ਪਈ ਆ, ਪਤਾ ਨਹੀਂ ਕੀ ਗੱਲ ਹੋਈ ਹੈ। ਪਹਿਲਾਂ ਤਾਂ ਸਾਨੂੰ ਲਾਗੇ ਨਹੀਂ ਜਾ ਰਹੇ ਐਡੇ, ਮਾਤਾ ਨੇ ਕੱਢ ਕੇ ਦਿਖਾਇਆ ਵੀ ਇਹਦੀਆਂ ਤਾਂ ਬਾਹਾਂ ਹੈ ਨਹੀਂ, ਅਤੇ ਸਾਡੇ ਪਿੰਡ ਵਾਲਾ ਇੱਕ ਸਾਡੇ ਉੱਥੇ ਪੱਤਰੀ ਪੁੱਤਰੀ ਖੋਲ੍ਹਦਾ ਸੀ, ਉਹਨੇ ਕਿਹਾ ਵੀ ਤੁਸੀਂ ਰੋਣ ਕਾਹਨੂੰ ਡੇ, ਅਤੇ 10 ਦਿਨ ਵਾਸਤੇ 15 ਦਿਨ ਵਾਸਤੇ ਆਇਆ ਵਾ, ਕੋਈ ਗੱਲ ਨਹੀਂ ਤੁਸੀਂ ਦਿਲ ਨਾ ਖਰਾਬ ਕਰੋ। ਅਤੇ ਸਾਡੀ ਮਾਤਾ ਨੇ ਉਹਨੂੰ ਆਖਿਆ ਵੀ ਤੂੰ ਇਹ ਸਾਡੇ ਵਾਸਤੇ ਗੱਲ ਨਾ ਕਰ, ਸਾਨੂੰ ਜੋ ਪ੍ਰਮਾਤਮਾ ਨੇ ਦਿੱਤਾ ਅਸੀਂ ਉਹਦਾ ਸ਼ੁਕਰਗੁਜ਼ਾਰ ਕਰਦੇ ਹਾਂ। ਚਲੋ
ਆਸਤੇ ਆਸਤੇ ਸਾਧੂ ਸਿੰਘ ਵੱਡਾ ਹੋ ਗਿਆ, ਬੱਚਿਆਂ ਦੇ ਨਾਲ ਇਹਨੇ ਸਕੂਲ ਜਾਣਾ ਸ਼ੁਰੂ ਕੀਤਾ ਤੇ ਅਸੀਂ ਇਹ ਗੱਲ ਮਹਿਸੂਸ ਕੀਤਾ ਵੀ ਇਹ ਕਿੱਦਾਂ ਬੱਚਿਆਂ 'ਚ ਖੜੂਗਾ। ਤੇ ਉਹ ਕਹਿੰਦਾ ਵੀ ਸਾਧੂ ਸਿੰਘ ਕਹਿੰਦਾ ਵੀ ਅਸੀਂ ਜਾਣਾ। ਅਸੀਂ ਉਹ ਗੱਲ ਨੂੰ ਭੇਜਣਾ ਸ਼ੁਰੂ ਕੀਤਾ। ਸਾਧੂ ਸਿੰਘ ਨੇ ਸਾਨੂੰ ਜਦੋਂ ਇੱਕ ਜਮਾਤ ਗਿਆ ਤੇ ਸਾਨੂੰ ਇਹਦਾ ਹੌਸਲਾ ਵਧਾਈ ਹੋਈ ਵੀ ਤੁਹਾਡਾ ਬੱਚਾ ਪੜ੍ਹਦਾ ਵਾ, ਤੁਸੀਂ ਦੇ ਨੂੰ ਹਟਾਉਣਾ ਨਹੀਂ ਸਕੂਲ ਤੋਂ। ਅਸੀਂ ਚਲੋ ਸਕੂਲ ਦੇ ਵਿੱਚ ਇਹਨੂੰ ਹਟਾਇਆ ਨਹੀਂ, ਸਕੂਲ 'ਚੋਂ ਹਟਾਇਆ ਨਹੀਂ। ਤੇ ਫਿਰ ਆਸਤੇ ਆਸਤੇ ਜਦੋਂ ਸ਼ੁਰੂ ਹੋ ਗਿਆ ਤੇ ਇਹਨੂੰ ਬੜੀ ਸਾਨੂੰ ਇਹਦੀ ਮਦਦ ਮਿਲੀ। ਦੂਸਰੀ ਕਲਾਸ ਹੋਇਆ, ਫਿਰ ਉਦੋਂ ਬਾਅਦ ਸਾਨੂੰ ਸਤਿਕਾਰ ਮਿਲਿਆ। ਫਿਰ ਦੂਸਰੀ ਕਲਾਸ ਹੋਇਆ, ਸਾਨੂੰ ਬਹੁਤ ਜ਼ਿਆਦਾ ਸਤਿਕਾਰ ਮਿਲਿਆ। ਫਿਰ ਇਹਨੇ ਜਦੋਂ 10ਵੀਂ ਕੀਤੀ ਤੇ ਆਪਾਂ ਇਹਨੂੰ ਕਿਹਾ ਵੀ ਚੱਲ ਤੂੰ ਵੀ ਤੈਨੂੰ ਢਾਹ ਲੈਂਦੇ ਹਾਂ ਤੇ ਚੱਲ ਕੀ ਕਰਨਾ ਬਾ ਤੂੰ ਬਹੁਤਾ ਪੜ੍ਹ ਕੇ। ਇਹ ਕਹਿੰਦਾ ਨਹੀਂ ਜੀ ਮੈਂ +2 ਕਰਨੀ ਆ। +2 ਕਰਕੇ ਇਹਨਾਂ ਫਿਰ ਥੋੜ੍ਹਾ ਥੋੜ੍ਹਾ ਗਾਉਣ ਦਾ ਕੰਮ, ਇੱਥੇ ਮੰਦਿਰ ਸਾਡੇ ਪਿੰਡ ਹੁੰਦਾ ਸੀ, ਉੱਥੇ ਜਾਣਾ ਸ਼ੁਰੂ ਕੀਤਾ। ਭੇਟਾਂ ਭੁੱਟਾਂ ਬੋਲਦਾ ਰਿਹਾ ਮਾਤਾ ਦੀਆਂ। ਉੱਥੇ ਜਾ ਕੇ ਇਹਨੇ ਭੇਟਾਂ ਭੁੱਟਾਂ ਬੋਲਣੀਆਂ ਸ਼ੁਰੂ ਕੀਤੀਆਂ ਤੇ ਫਿਰ ਇਹਨੇ ਜਾ ਕੇ ਤੇ ਥੋੜ੍ਹੇ ਬਹੁਤੇ ਜਦੋਂ ਮਾਤਾ ਨੂੰ, ਦਾਦੀ ਜੀ ਨੂੰ ਆਪਣੀ ਨੂੰ ਆਣ ਕੇ ਗਾਣੇ ਗੁਣੇ ਸੁਣਾਉਣੇ ਤਾਂ ਮਾਤਾ ਜੀ ਨੇ ਤਾੜੀਆਂ ਵਜਾਉਣੀਆਂ। ਤੇ ਇਹਨਾਂ ਦੀ ਜਦੋਂ ਤਾੜੀਆਂ ਵਜਾਉਣੀਆਂ ਤੇ ਜਦੋਂ ਇਹਨਾਂ ਦੀ ਥੋੜ੍ਹਾ ਜਿਹਾ ਚਿਰ ਪਾ ਕੇ ਤੇ ਇਹਨਾਂ ਦੀ ਮੰਮਾ ਜਿਹੜੀ ਸੀ ਉਹ ਇਹਦੇ ਫਿਕਰ ਦੇ ਨਾਲ ਉਹਨਾਂ ਦੀ ਡੈਥ ਹੋ ਗਈ। ਉਹਨਾਂ ਨੇ ਬੜਾ ਅਫਸੋਸ ਕੀਤਾ ਵੀ ਮੈਂ ਇਹਦੀ ਜ਼ਿੰਦਗੀ 'ਚ ਕੀ ਕਰਾਂਗੀ, ਮੈਨੂੰ ਇਹ ਬੱਚਾ ਰੱਬ ਨੇ ਬੜਾ ਕੀਤਾ ਵਾ, ਆਪਾਂ ਇਹਨੂੰ ਰੱਖ ਨਹੀਂ ਸਕਦੇ ਵੀ ਆਪਾਂ ਇਹਨੂੰ ਕਿੱਦਾਂ ਲੈ ਕੇ ਜਾਇਆ ਕਰਾਂਗੇ। ਉਹ ਫਿਰ ਚਲੋ ਜ਼ਿੰਦਗੀ 'ਚ ਇਹਦੇ ਬੜਾ ਕੁਛ ਕਰਕੇ ਇਹਨਾਂ ਨੂੰ ਸਾਨੂੰ ਵਿਖਾਤਾ। ਤੇ ਮਾਤਾ ਇਹਨਾਂ ਦੀ ਪਹਿਲੋਂ ਡੈਥ ਹੋ ਗਈ, ਇਹਨਾਂ ਦੀ ਵੇਖ ਕੇ ਇਹਨੂੰ ਸਾਨੂੰ ਬੜਾ ਮਹਿਸੂਸ ਇਹਨਾਂ ਕੀਤਾ। ਮਾਂ ਪਿਓ, ਦਾਦਾ ਦਾਦੀ ਸਾਰਿਆਂ ਨੂੰ ਬਹੁਤ ਪਿਆਰੇ ਹੁੰਦੇ ਆ, ਹੈ ਨਾ। ਔਰ ਆਪਣੇ ਪੋਤਰੇ ਪੋਤਰੀਆਂ ਨੂੰ ਤਾਂ ਦਾਦਾ ਦਾਦੀ ਬਹੁਤ ਲਾਡ ਲਡਾਉਂਦੇ ਆ। ਲੇਕਿਨ ਅੱਜ ਉਹ ਜਿੱਥੇ ਵੀ ਹੋਣਗੇ ਉਹਨਾਂ ਨੂੰ ਤੁਹਾਡੇ 'ਤੇ ਮਾਣ ਵੀ ਮਹਿਸੂਸ ਹੋ ਰਿਹਾ ਹੋਣਾ ਕਿ ਮੇਰੇ ਘਰ ਦਾ ਉਹ ਸ਼ਾਨ ਹੈ, ਮੇਰੇ ਘਰ ਦਾ ਉਹ ਪੁੱਤ ਹੈ ਜਿਸਨੇ ਬਾਕੀਆਂ ਦੇ ਲਈ ਇੱਕ ਮਿਸਾਲ ਕਾਇਮ ਕੀਤੀ, ਕਦੇ ਡਗਮਗਾਇਆ ਨਹੀਂ, ਇੱਕ ਜ਼ਿੰਦਾਦਿਲੀ ਬਣ ਕੇ ਸਾਹਮਣੇ ਆ ਸਾਰਿਆਂ ਸਾਹਮਣੇ, ਹੈ ਨਾ। ਤੇ ਇੱਕ ਗੀਤ ਹੋ ਜਾਏ ਜਿਹੜਾ ਤੁਸੀਂ ਆਪਣੀ ਦਾਦੀ ਨੂੰ ਡੈਡੀਕੇਟ ਕਰਨਾ ਚਾਹੋਗੇ, 2 ਲਾਈਨ। ਸਭ ਤੋਂ ਪਹਿਲਾਂ ਤਾਂ ਮੈਂ ਦਾਦੀ ਜੀ ਨੂੰ ਗਾਣਾ ਜਿਹੜਾ ਸੁਣਾਉਂਦਾ ਹੁੰਦਾ ਸੀ, ਉਹ ਤਾਂ ਗੁਰਦਾਸ ਮਾਨ ਜੀ ਦਾ ਸੁਣਾਉਂਦਾ ਹੁੰਦਾ ਸੀ। ਉਹੀ ਗਾਣਾ? ਹਾਂਜੀ, ਉਹ ਵੀ ਮੈਂ ਗਾਣਾ ਉਹ ਸੁਣਾਉਣਾ। ਹੋ ਮੰਗਤੇ ਨਾਲੋਂ ਹੋ ਮਿਹਨਤ ਚੰਗੀ, ਹੋ ਮਿਹਨਤ ਵਿੱਚ ਤੰਦਰੁਸਤੀ, ਮਿਹਨਤ ਵਿੱਚ ਤੰਦਰੁਸਤੀ, ਹੋ ਮੰਗਣ ਨਾਲੋਂ ਮਰਿਆ ਚੰਗਾ, ਹਾਏ ਨਾ ਆਲਸ ਨਾ ਸੁਸਤੀ, ਹੋ ਇਸ ਤਨ ਨੇ ਮੁੱਕ ਜਾਣਾ, ਇਸ ਤਨ ਨੇ ਮੁੱਕ ਜਾਣਾ, ਇਸ ਤਨ ਨੇ ਮੁੱਕ ਜਾਣਾ, ਭਾਵੇਂ ਰੋਜ਼ ਮਾਲਸ਼ਾਂ ਕਰੀਏ ਕਰੀਏ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਕੰਮ ਛੋਟਾ ਵੱਡਾ ਨਹੀਂ, ਕੰਮ ਛੋਟਾ ਵੱਡਾ ਨਹੀਂ, ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ ਛੋਟੀ, ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿਨ੍ਹਾਂ ਦੀ ਖੋਟੀ, ਅੰਦਰੋਂ ਨੀਤ ਜਿਨ੍ਹਾਂ ਦੀ ਖੋਟੀ। ਉਹ ਪੌੜੀ ਪਰਖ ਲਈਏ, ਉਹ ਪੌੜੀ ਪਰਖ ਲਈਏ, ਉਹ ਪੌੜੀ ਪਰਖ ਲਈਏ, ਪੈਰ ਨੂੰ ਜਿਸ ਪੌੜੀ ਤੇ ਧਰੀਏ ਧਰੀਏ ਧਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਕਿਆ ਬਾਤ ਹੈ, ਕਿਆ ਬਾਤ ਹੈ। ਮੀਨਸ ਜਿਹਨੂੰ ਰੱਬ ਵੱਲੋਂ ਇੰਨੀ ਵੱਡੀ ਦੇਣ ਦਿੱਤੀ ਹੋਵੇ, ਇੰਨਾ ਵੱਡਾ ਵਰਦਾਨ ਬਖਸ਼ਿਆ, ਇੰਨੀ ਸੁਰੀਲੀ ਆਵਾਜ਼ ਬਖਸ਼ੀ ਹੋਵੇ, ਵੈਸੇ ਵੀ ਨਹੀਂ ਡਗਮਗਾ ਸਕਦਾ ਕਦੇ ਵੀ। ਸੋ ਜਿਸ ਟਾਈਮ ਤੁਸੀਂ ਦਾਦੀ ਮਾਂ ਨੂੰ ਆਪਣੇ ਗਾਣਾ ਸੁਣਾਉਂਦੇ ਸੀ ਤਾਂ ਉਹਨਾਂ ਵੱਲੋਂ ਕੀ ਸ਼ਬਦਾਂ ਦੇ ਫੁੱਲ ਆਉਂਦੇ ਸੀ, ਕੀ ਕਹਿੰਦੇ ਹੁੰਦੇ ਸੀ? ਸ਼ਬਦ ਤੇ ਮੈਡਮ ਤੁਸੀਂ ਉਹ ਮੋਬਾਈਲ ਨੇ 10 ਤਾਰੀਆਂ ਨਾਲ ਬੜਾ ਗਣਾਉਂਦੇ ਹੁੰਦੇ ਸੀ। ਕਿਆ ਬਾਤ ਹੈ, ਕਿਆ ਬਾਤ ਹੈ। ਹਾਂਜੀ, ਬੜਾ ਮਹਿਸੂਸ ਕਰਦੇ ਸੀ ਵੀ ਠੀਕ ਹੈ, ਬਹੁਤ ਵਧੀਆ ਹੈ ਜੀ। ਉਹਨਾਂ ਦੀ ਸਭ ਤੋਂ ਵੱਡੀ ਮੈਂ ਇਹ ਹੈ ਵੀ ਦਾਦੀ ਜੀ ਨੂੰ ਮੈਂ ਦਿਲੋਂ ਪਿਆਰ ਬੜਾ ਕਰਦਾ, ਵੀ ਰੱਖਣ ਵਾਲੇ ਮੈਨੂੰ ਉਹ ਹੀ ਹੈ ਦੁਨੀਆ ਤੇ ਦੁਨੀਆ ਵਿਖਾਉਣ ਵਾਲੇ ਮੈਨੂੰ ਉਹ ਹੀ। ਘਰੇ ਸਭ ਤੋਂ ਵੱਡਾ ਸਪੋਰਟ ਦਾਦੀ, ਮਾਂ ਪਿਓ ਤੋਂ ਜ਼ਿਆਦਾ? ਹਾਂਜੀ, ਦਾਦੀ ਜੀ ਦਾ। ਮਾਂ ਪਿਓ ਦਾ ਵੀ ਚਲੋ ਬੜਾ ਹੀ, ਪਰ ਸਭ ਤੋਂ ਜ਼ਿਆਦਾ ਦਾਦੀ ਜੀ ਦਾ ਇਹ, ਉਹਨਾਂ ਨਾਲ ਬੜਾ ਪਿਆਰ ਮੇਰਾ, ਤੇ ਮੇਰੇ ਨਾਲ ਬੜਾ ਪਿਆਰ ਸੀ। ਮੈਨੂੰ ਲੱਗਦਾ ਕਿ ਸ਼ਾਇਦ ਨਾ ਹੁਣ ਸ਼ਬਦ ਮੇਰੇ ਕੋਲ ਨੇ ਤੇ ਕੁਝ ਸਮਝ ਨਹੀਂ ਆ ਰਿਹਾ। ਇੱਕ ਚੀਜ਼ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੇ ਜਾਣ ਤੋਂ ਪਹਿਲਾਂ ਕਿ ਹੁਣ ਸਾਧੂ ਸੇਖਵਾਂ ਅੱਗੇ ਕੀ ਕਰਨਾ ਚਾਹੁੰਦੇ ਨੇ, ਕੀ ਸੋਚਦੇ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ, ਕਿਸ ਤਰੀਕੇ ਦੇ ਨਾਲ ਇਹਨੂੰ ਵਿਚਰਨਾ ਚਾਹੁੰਦੇ ਨੇ, ਤੇ ਆਪਣੇ ਬੇਟੇ ਨੂੰ ਲੈ ਕੇ ਉਹਨਾਂ ਨੇ ਕੀ ਸੁਪਨੇ ਸੰਜੋਏ ਨੇ?
ਮੈਡਮ ਜੀ ਮੈਂ ਤਾਂ ਬਸ ਇਹੀ ਚਾਹੁੰਦਾ ਵਾਹਿਗੁਰੂ ਅੱਗੇ ਕਿ ਮੈਂ ਵੀ ਹੁਣ ਲੋਕੀ ਮੈਨੂੰ ਵੀ ਜਾਣਨ ਵੀ ਦੁਨੀਆ ਦੇ ਵਿੱਚ ਵੀ ਮੈਂ ਵੀ ਆਪਣਾ ਬੇਟਾ ਵਧੀਆ ਵੀ ਮਤਲਬ ਕਿਸੇ ਚੰਗੇ ਜੋਬ ਤੇ ਲਾ ਸਕਾਂ, ਕਿਤੇ ਚੰਗੀ ਨੌਕਰੀ ਤੇ ਮੇਰਾ ਬੇਟਾ ਲੱਗ ਜੇ ਤੇ ਮੈਨੂੰ ਵੀ ਕੱਲ੍ਹ ਨੂੰ ਸੁੱਖ ਆਰਾਮ ਹੋ ਜੇ ਤੇ ਚਲੋ ਮੇਰੀ ਜ਼ਿੰਦਗੀ ਵੀ ਜਿਹੜੀ ਵਧੀਆ ਲੰਘ ਜਾਏ ਤੇ ਲੋਕਾਂ ਦੇ ਰੂਬਰੂ ਮੈਂ ਵੀ ਹੋਵਾਂ ਤੇ ਲੋਕੀ ਮੈਨੂੰ ਜਾਣਨ ਵੀ ਵਾਕਿਆ ਵੀ ਇਹ ਬੰਦਾ ਮਿਸਾਲ ਹੀ ਸੇ ਇੱਕ ਮਿਸਾਲ ਬਣ ਕੇ ਰਿਹਾ ਵਾ ਇਸ ਦੁਨੀਆ ਦੇ ਵਿੱਚ। ਤੇ ਵੀ ਨਾ ਹੱਥ ਹੁੰਦਿਆਂ ਵੀ ਪੈਰਾਂ ਦੇ ਨਾਲ ਸਾਰਾ ਕੁਝ ਕਰਕੇ, ਪੈਰਾਂ ਦੇ ਨਾਲ ਰੋਟੀ ਖਾ ਕੇ, ਸਾਰੇ ਕੰਮ ਕਰਕੇ ਤੇ ਇੱਥੋਂ ਤੱਕ ਪਹੁੰਚਿਆ ਹੈ ਤੇ ਆਪਣੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਜੀ ਰਿਹਾ ਹੈ ਤੇ ਲੋਕਾਂ ਸਿੱਧਾ ਮੈਂ ਆਵਾਂ ਤੇ ਲੋਕੀ ਮੈਨੂੰ ਜਾਣਨ ਤੇ ਬਸ ਇਹੀ ਮੈਂ ਤੁਹਾਡਾ ਸਵਾਗਤ ਕਰਦਾ ਕਿ ਮੇਰੀ ਇੰਨੀ ਬਸ ਇਹ ਹੈਲਪ ਵਾ ਕਿ ਇਹਨਾਂ ਮੇਰਾ ਸੰਯੋਗ ਤੁਹਾਨੂੰ ਤੁਸੀਂ ਮੇਰਾ ਕਰੋ ਕਿ ਵੱਧ ਤੋਂ ਵੱਧ ਲੋਕੀ ਮੈਨੂੰ ਜਾਣਨ ਤੇ ਲੋਕੀ ਜਿਹੜੇ ਸਪੋਰਟ ਕਰਨ ਤੇ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਕਨਵਰ ਜੀ ਦਾ ਫਿਰ ਤੋਂ ਮੈਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ ਬਾਰੇ ਤੁਹਾਡੇ ਬਾਰੇ ਗੱਲ ਕੀਤੀ ਔਰ ਤੁਹਾਡੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਔਰ ਭਾਜੀ ਜੀ ਜਿਵੇਂ ਉਹਨਾਂ ਨੇ ਦੱਸਿਆ ਕਿ ਭਾਜੀ ਕਨਵਰ ਜੀ ਨੇ ਦੱਸਿਆ ਸਾਨੂੰ ਤੇ ਬਾਕੀ ਬੰਦਾ ਤੁਹਾਨੂੰ ਪਤਾ ਹੀ ਹੈ ਕਿ ਸੋਚਦਾ ਬੜਾ ਕੁਝ ਹੈ, ਬਾਕੀ ਉਸ ਮਾਲਕ ਦੇ ਰੰਗ ਨੇ ਜੋ ਉਹਨੇ ਉੱਥੇ ਰੱਖਣਾ ਜਿੱਥੇ ਉਹਦੀ ਆਟ ਹੈ। ਹਾਲੇ ਤੱਕ ਜੋ ਕੁਝ ਤੁਸੀਂ ਨਹੀਂ ਸੋਚਿਆ ਸੀ ਉਹ ਵੀ ਤੁਹਾਡੀ ਜ਼ਿੰਦਗੀ 'ਚ ਮੁਕੰਮਲ ਹੋਇਆ ਤੇ ਜੋ ਸੋਚ ਰਹੇ ਹੋ ਉਹ ਵੀ ਜ਼ਰੂਰ ਮੁਕੰਮਲ ਹੋਵੇਗਾ। ਕਹਿੰਦੇ ਨੇ ਕਿ ਜ਼ਿੰਦਗੀ ਜਿਸ ਤਰੀਕੇ ਦੇ ਨਾਲ ਰੱਬ ਨੇ ਮਨੁੱਖੀਅਤ ਵਾਲਾ ਢੰਗ ਦਿੱਤਾ ਨਾ, ਮਨੁੱਖੀਅਤ ਵਾਲਾ ਜੀਵਨ ਬਖਸ਼ਿਆ ਹੈ ਤੇ ਜ਼ਿੰਦਗੀ ਦੇ ਕਿਰਦਾਰ ਨੂੰ ਇਸ ਤਰੀਕੇ ਦੇ ਨਾਲ ਜੀਓ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਤਾੜੀਆਂ ਵੱਜਦੇ ਰਹਿਣ। ਸੋ ਬਹੁਤ ਲੋਕ ਨੇ ਸਾਡੇ ਅੱਜ ਦੇ ਸਮੇਂ ਵਿੱਚ, ਅਸੀਂ ਵੀ ਹਾਂ ਉਹਨਾਂ 'ਚ ਮੈਂ ਵੀ ਆਉਂਦੀ ਹਾਂ, ਤੁਹਾਡੇ ਵਰਗੇ ਬਥੇਰੇ ਲੋਕ ਨੇ ਜਿਹੜੇ ਚੰਗਾ ਘਰ-ਬਾਰ, ਚੰਗਾ ਬਿਜ਼ਨਸ, ਸ਼ਾਨੋ ਸ਼ੌਕਤ, ਪੈਸਾ, ਬਹੁਤ ਕੁਝ ਹੁੰਦੇ ਹੋਏ ਵੀ ਅਸੀਂ ਰੱਬ ਨੂੰ ਕੋਸਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਆ ਨਹੀਂ ਹੈ। ਰੱਬਾ ਤੂੰ ਮੇਰੇ ਨਾਲ ਆ ਕਿਉਂ ਕੀਤਾ, ਰੱਬਾ ਤੂੰ ਮੈਨੂੰ ਆ ਦਿਨ ਕਿਉਂ ਵਿਖਾਏ। ਤੇ ਸਾਨੂੰ ਮਿਸਾਲ ਲੈਣੀ ਚਾਹੀਦੀ ਹੈ, ਇੱਕ ਆਦਰਸ਼ ਮੰਨਣਾ ਚਾਹੀਦਾ ਅਜਿਹੀਆਂ ਸ਼ਖਸੀਅਤਾਂ ਨੂੰ, ਸਾਧੂ ਸੇਖਵਾਂ ਜੀ ਹੋਰਾਂ ਵਰਗਿਆਂ ਨੂੰ, ਜਿਨ੍ਹਾਂ ਕਿਤੇ ਨਾ ਕਿਤੇ ਰੱਬ ਨੇ ਇੱਕ ਥੋੜ੍ਹੀ ਜਿਹੀ ਕਮੀ ਰੱਖੀ ਲੇਕਿਨ ਉਹਨਾਂ ਨੇ ਉਸ ਨੂੰ ਕਦੇ ਕਮੀ ਨਹੀਂ ਮਹਿਸੂਸ ਕੀਤਾ, ਕਦੇ ਕਮੀ ਨੂੰ ਕਮੀ ਹੋਣ ਨਹੀਂ ਦਿੱਤਾ ਤੇ ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਬਖੂਬੀ ਰੰਗ, ਬਖੂਬੀ ਢੰਗ ਦੇ ਨਾਲ ਜੀਆ ਤੇ ਹੋਰਾਂ ਦੇ ਲਈ ਵੀ ਇੱਕ ਮਿਸਾਲ ਕਾਇਮ ਕੀਤੀ। ਆਪਣੇ ਲਈ ਨਹੀਂ, ਆਪਣੇ ਪਰਿਵਾਰ ਦੇ ਲਈ ਵੀ ਇੱਕ ਮਿਸਾਲ ਕਾਇਮ ਕੀਤੀ ਹੈ। ਸੋ ਅੱਜ ਸਲਾਮੇ ਜ਼ਿੰਦਗੀ ਦੇ ਇਸ ਖਾਸ ਐਪੀਸੋਡ ਵਿੱਚ ਸਾਡੇ ਨਾਲ ਰੂਬਰੂ ਹੋਏ ਨੇ ਸਾਧੂ ਸੇਖਵਾਂ ਜੀ। ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ। ਅਗਲੇ ਹਫਤੇ ਸਾਡੀ ਇੱਕ ਵਾਰੀ ਫਿਰ ਤੋਂ ਕੋਸ਼ਿਸ਼ ਰਹੇਗੀ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਦੀ ਜਿਨ੍ਹਾਂ ਨੇ ਜ਼ਿੰਦਗੀ ਨੂੰ ਸਹੀ ਤਰੀਕੇ ਦੇ ਨਾਲ ਮਾਣਿਆ, ਸਹੀ ਤਰੀਕੇ ਦੇ ਨਾਲ ਜੀਆ ਤੇ ਜਿਨ੍ਹਾਂ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਹਨਾਂ ਦੀ ਜ਼ਿੰਦਗੀ ਨੂੰ, ਹਾਂ ਜ਼ਿੰਦਗੀ ਅਸੀਂ ਤੈਨੂੰ ਸਲਾਮ ਕਰਦੇ ਹਾਂ। ਸੋ ਦੇਸ਼ ਵਿਦੇਸ਼ ਦੀ तमाम ਚੀਜ਼ਾਂ ਦੇ ਲਈ ਸਾਡੇ ਨਾਲ ਬਣੇ ਰਹੋ ਤੇ ਤੁਸੀਂ ਦੇਖਦੇ ਰਹੋ FI ਮੀਡੀਆ ਗਰੁੱਪ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਧੂ ਸੇਖਵਾਂ ਦੀ ਇਹ ਕਹਾਣੀ ਕਈ ਲੋਕਾਂ ਲਈ ਪ੍ਰੇਰਨਾ ਹੈ ਜੋ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਤਾਂ ਰੱਖਦੇ ਨੇ ਪਰ ਕੁਝ ਕਮੀ ਕਾਰਨ ਅੱਗੇ ਵਧਣ ਦਾ ਹੌਸਲਾ ਨਹੀਂ ਕਰ ਪਾਉਂਦੇ। ਸਲਾਮੀ ਜ਼ਿੰਦਗੀ, ਸਾਡਾ ਸਲਾਮ ਹੈ ਸਾਧੂ ਸੇਖਵਾਂ ਵਰਗੇ ਨੌਜਵਾਨ ਨੂੰ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਕਦੇ ਵੀ ਆਪਣੀਆਂ ਰਾਹਾਂ ਵਿੱਚ ਰੋੜਾ ਨਹੀਂ ਬਣਨ ਦਿੱਤਾ ਤੇ ਇਸ ਜੰਗ ਨੂੰ ਜਿੱਤ ਕੇ ਵਿਖਾਇਆ।